ਸਾਹਿਬ ਜੀ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ। ਜਿਸ ਮਿਲ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਏ। ਹਰ ਪਰਮ ਪਦ ਲਹੀਐ, ਦਸਤਗੀਰ ਹੋਏ ਪੰਜ ਪੀਰ। ਹਰ ਗੁਰ ਹਰ ਗੋਬਿੰਦ ਅਤੁਲਾ, ਦੀਨ ਦੁਨੀਂਦਾ ਪਾਤਸ਼ਾਹ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਦੀਨ ਦੁਨੀਂਦਾ ਪਾਤਸ਼ਾਹ। ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਰਵਰੇ ਕਾਇਨਾਤ, ਸਰਬ ਕਲਾ ਸਮਰੱਥ ਰੱਬੀ ਗਿਆਨ ਦੇ ਸਾਗਰ, ਕਾਇਮ ਦਾਇਮ ਪਾਤਸ਼ਾਹੀ ਦੇ ਮਾਲਕ ਸ਼ਬਦ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ ਦੇ ਮਹਾਵਾਕ ਅਨੁਸਾਰ। ਗੁਰੂ ਨਾਨਕ ਜੋਤ ਦੇ ਛੇਵੇਂ ਸਵਰੂਪ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰੇ, ਮਹਾਨ ਸੈਨਾ ਨਾਇਕ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰ ਉਪਕਾਰੀ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਜਿੱਥੇ ਉਹਨਾਂ ਨੇ ਦਾਤਾ ਬੰਦੀ ਛੋੜ ਦੇ ਰੂਪ ਵਿੱਚ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾ ਕੇ ਸੰਸਾਰ ਦੇ ਵਿੱਚ ਇੱਕ ਮਾਰਗ ਦਰਸ਼ਨ ਦਿੱਤਾ ਕਿ ਜਿਹੜਾ ਵੀ ਸਤਿਗੁਰੂ ਦੇ ਪੱਲੇ ਨਾਲ ਜੁੜੇਗਾ ਉਹ ਜੀਵਨ ਮੁਕਤ ਹੋਵੇਗਾ, ਉਹਦੇ ਬੰਧਨ ਕੱਟੇ ਜਾਣਗੇ। ਅੱਜ ਉਸ ਸਥਾਨ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਉਂਦਿਆਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਵੱਲੋਂ ਇਸ ਸਥਾਨ ਤੇ ਜੋ ਸੇਵਾ ਨਿਭਾ ਰਹੇ ਨੇ ਸਤਿਕਾਰਯੋਗ ਬਾਬਾ ਲੱਖਾ ਸਿੰਘ ਜੀ, ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਆਪ ਜੀ ਨੇ ਗੁਰ ਇਤਿਹਾਸਕ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਸਰਬੱਤ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਬਹੁਤ ਬਹੁਤ ਵਧਾਈਆਂ। ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰੋਸਾ। ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਸਤਿਕਾਰਯੋਗ ਮਾਤਾ ਗੰਗਾ ਜੀ ਦੀ ਸੇਵਾ ਅਤੇ ਬ੍ਰਹਮ ਗਿਆਨੀ ਗੁਰਸਿੱਖਾਂ ਸਮੇਤ ਸੰਗਤਾਂ ਸਮੇਤ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀਆਂ ਅਰਦਾਸਾਂ ਦੇ ਸਦਕਾ ਮਾਲਕ ਨੇ ਸਤਿਗੁਰ ਨੇ ਤਰੁੱਠ ਕਰਕੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਲਕ ਹਰਗੋਬਿੰਦ ਜੀ ਦੇ ਰੂਪ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਲਕ ਦਾ ਸ਼ੁਕਰਾਨਾ ਕਰਦਿਆਂ ਜਿੱਥੇ ਇਹ ਬਚਨ ਕਹੇ ਸਨ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉੱਥੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਜੇ ਦੁਨਿਆਵੀ ਤੌਰ ਤੇ ਕੋਈ ਬੱਚਾ ਜਨਮ ਲੈ ਕੇ ਆਵੇ ਤੇ ਉਹਦੇ ਬਾਰੇ ਗੁਰਬਾਣੀ ਵਿੱਚ ਸਪਸ਼ਟ ਕੀਤਾ ਗਿਆ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਜਿਹੜੀ ਸੋਝੀ ਹੈ ਉਹ ਖੁਰਾਕ ਦੀ ਹੈ ਕਿ ਮੇਰੀ ਖੁਰਾਕ ਕਿਹੜੀ ਹੈ। ਫਿਰ ਖੁਰਾਕ ਦੇਣ ਵਾਲਿਆਂ ਨਾਲ ਸੰਬੰਧ ਜੁੜਦਾ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਦੁਨਿਆਵੀ ਬੱਚਾ ਪਾਲ ਪੋਸ ਕੇ ਵੱਡਿਆਂ ਕਰੀਦਾ, ਪਦਾਰਥ ਬਿਰਤੀ ਦਾ ਧਾਰਨੀ ਹੋ ਕੇ ਇੱਕ ਦਿਨ ਮਾਲਕ ਵੱਲੋਂ ਜਿੰਨੀ ਉਹਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਹੁੰਦੀ ਹੈ ਉਹ ਬਤੀਤ ਕਰਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਪਰ ਜਦੋਂ ਕੋਈ ਧਰਮੀ ਬੱਚਾ ਪਰਮਾਤਮਾ ਦਾ ਭਗਤ ਬਣ ਕੇ, ਗੋਬਿੰਦ ਦਾ ਭਗਤ ਬਣ ਕੇ ਪ੍ਰਗਟ ਹੁੰਦਾ ਹੈ, ਉਧਰੈ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਜਿੱਥੇ ਮਾਤਾ ਦੇ ਮਨ ਵਿੱਚ ਬੜਾ ਵਿਗਾਸ, ਬੜਾ ਖੇੜਾ, ਬੜਾ ਚਾਅ ਪੈਦਾ ਹੁੰਦਾ ਹੈ, ਉੱਥੇ ਸਾਹਿਬ ਜੀ ਨੇ ਸਪਸ਼ਟ ਕੀਤਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਮਾਤਾ ਗੰਗਾ ਜੀ ਵੀ ਆਪਣੀਆਂ ਸਖੀ ਸਹੇਲੀਆਂ ਦੇ ਨਾਲ ਮਿਲ ਕੇ ਗੁਰਬਾਣੀ ਦਾ ਗਾਇਨ ਕਰਦੀਆਂ ਨੇ ਤੇ ਪ੍ਰਭੂ ਦੀ ਜਿਹੜੀ ਸਿਫਤ ਸਲਾਹ ਹੈ ਉਹ ਮਾਲਕ ਨੂੰ ਚੰਗੀ ਲੱਗਦੀ ਹੈ। ਦੁਨਿਆਵੀ ਬਿਰਤੀ ਵਾਲੇ ਲੋਕ ਜਦੋਂ ਦਾਤ ਚਾਹੀਦੀ ਹੋਵੇ ਤੇ ਕਹਿੰਦੇ ਨੇ ਅਸੀਂ ਨੰਗੇ ਪੈਰ ਜਾਣ ਲਈ ਤਿਆਰ ਹਾਂ, ਗੁਰੂ ਦਰ ਤੇ ਜਾ ਕੇ ਅਸੀਂ ਮੱਥਾ ਟੇਕ ਕੇ ਅਸੀਂ ਲਕੀਰਾਂ ਕੱਢ ਕੱਢ ਕੇ ਅਰਦਾਸਾਂ ਕਰਨ ਲਈ ਤਿਆਰ ਹਾਂ, ਪਰ ਜਦੋਂ ਮਾਲਕ ਦਾਤ ਦੇ ਦਿੰਦਾ ਹੈ ਫਿਰ ਗੁਰਬਾਣੀ ਦਾ ਓਟ ਆਸਰਾ ਨਹੀਂ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ, ਫਿਰ ਕਈ ਤਰ੍ਹਾਂ ਦੇ ਡੀਜੇ ਵੱਜਦੇ ਨੇ, ਕਈ ਤਰ੍ਹਾਂ ਦੇ ਅਸ਼ਲੀਲ ਗੀਤ ਵੱਜਦੇ ਨੇ, ਕੇਕ ਕੱਟ ਕੇ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਪਰ ਜਦੋਂ ਧਰਮੀ ਮਾਂ-ਬਾਪ ਦੇ ਘਰ ਧਰਮੀ ਸੰਤਾਨ ਪ੍ਰਗਟ ਹੁੰਦੀ ਹੈ ਤੇ ਫਿਰ ਜਿਸ ਮਾਲਕ ਨੇ ਦਾਤ ਦਿੱਤੀ ਹੈ, ਜਿਸ ਸਤਿਗੁਰੂ ਨੇ ਕਿਰਪਾ ਕਰਕੇ ਸਤਿਗੁਰ ਸਾਚੈ ਦੀਆ ਭੇਜ, ਫਿਰ ਉਸ ਸਤਿਗੁਰੂ ਦੀ, ਉਸ ਪ੍ਰਭੂ ਦੀ ਬਾਣੀ ਗਾ ਕੇ ਉਸ ਮਾਲਕ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ।
ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ। ਤੇ ਨਾਲ ਸਪਸ਼ਟ ਕਰ ਦਿੱਤਾ, ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ। ਗਰੀਬ ਨਵਾਜ ਨੇ ਕਿਰਪਾ ਕੀਤੀ ਸੀ ਕਿ ਧਰਮੀ ਪੁੱਤਰ ਪੈਦਾ ਹੋਣ ਨਾਲ ਜਿੱਥੇ ਵੇਲ ਵਧੀ ਹੈ, ਜਿੱਥੇ ਪੀੜ੍ਹੀ ਅੱਗੇ ਤੁਰੀ ਹੈ। ਇਹ ਚੇਤਾ ਰੱਖਿਓ ਕਿ ਸੰਸਾਰੀ ਤੌਰ ਤੇ ਪੁੱਤਰ ਧੀਆਂ ਜਨਮ ਲੈਣ ਤੇ ਅਸੀਂ ਕਹਿੰਦੇ ਆ ਵੇਲ ਵੱਧਦੀ ਆ, ਪੀੜ੍ਹੀ ਅੱਗੇ ਤੁਰਦੀ ਹੈ। ਪਰ ਜਦੋਂ ਧਰਮੀ ਸੰਤਾਨ ਪੈਦਾ ਹੋਵੇ ਫਿਰ ਸਿੱਖੀ ਦੀ ਵੇਲ ਵੱਧਦੀ ਹੈ। ਸਾਡੇ ਘਰ ਵਿੱਚ ਸਿੱਖੀ ਦੀ ਪੀੜ੍ਹੀ ਨਿਰੰਤਰ ਤੁਰੀ ਰਹਿੰਦੀ ਹੈ। ਔਰ ਖਿਮਾ ਕਰਨਾ, ਜੇ ਅੱਜ ਸਾਡਾ ਪਿਤਾ ਸਿੱਖ, ਸਾਡਾ ਦਾਦਾ ਸਿੱਖ, ਸਾਡਾ ਪੜਦਾਦਾ ਸਿੱਖ ਤੇ ਸਾਡੇ ਪੁੱਤਰ ਧੀਆਂ ਅੱਗੇ ਸਿੱਖ ਨਹੀਂ, ਇਸ ਤੋਂ ਬਾਅਦ ਸਾਡੇ ਘਰਾਂ ਵਿੱਚੋਂ ਸਿੱਖੀ ਦੀ ਪੀੜ੍ਹੀ ਜਿਹੜੀ ਆ ਉਹਦੇ ਤੇ ਰੋਕ ਲੱਗ ਜਾਣੀ ਹੈ। ਜੇ ਚਾਹੁੰਦੇ ਆ ਕਿ ਸਿੱਖੀ ਦੀ ਪੀੜ੍ਹੀ ਜੁਗੋ ਜੁਗ ਚੱਲਦੀ ਰਵੇ ਤੇ ਫਿਰ ਜਿਵੇਂ ਤੁਸੀਂ ਸਿੱਖ, ਬਾਪੂ ਸਿੱਖ, ਦਾਦੇ ਪੜਦਾਦੇ ਸਿੱਖ, ਇਵੇਂ ਗਾਂ ਆਪਣੇ ਪੁੱਤਰਾਂ ਧੀਆਂ ਨੂੰ ਵੀ ਸਿੱਖ ਬਣਾਓ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਧਰਮੀ ਪੁੱਤਰ ਪ੍ਰਗਟ ਹੋਇਆ, ਹੁਣ ਵੇਲ ਵੀ ਵਧੀ ਹੈ, ਪੀੜ੍ਹੀ ਵੀ ਅੱਗੇ ਤੁਰੀ ਹੈ ਤੇ ਨਾਲ ਧਰਮ ਕਲਾ ਵਿੱਚ ਵੀ ਪਰਪੱਕਤਾ ਆਈ ਹੈ। ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਤੇ ਅਖੀਰ ਤੇ ਜਾ ਕੇ ਇੱਕ ਨੁਕਤਾ ਦ੍ਰਿੜ ਕਰਵਾ ਦਿੱਤਾ, ਦੁਨੀਆ ਦੇ ਲੋਕੋ, ਭਰੋਸਾ ਸਾਡਾ ਹੈ ਮਾਤਾ ਗੰਗਾ ਜੀ ਦੀ ਸੇਵਾ ਹੈ, ਬਾਬਾ ਬੁੱਢਾ ਸਾਹਿਬ ਜੀ ਦੀਆਂ ਅਰਦਾਸਾਂ ਨੇ, ਪਰ ਇਹ ਜਿਹੜੀ ਦਾਤ ਹੈ ਇਹ ਮੇਰੇ ਅਕਾਲ ਪੁਰਖ ਨੇ, ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਅੱਜ ਵੀ ਜਦੋਂ ਕੋਈ ਪੁੱਛੇ ਵੀ ਘਰ ਕਿੰਨੇ ਦਿੱਤਾ, ਪੁੱਤਰ ਧੀਆਂ ਕਿੰਨੇ ਦਿੱਤੇ ਨੇ, ਨੌਕਰੀਆਂ ਕਾਰੋਬਾਰ ਕਿੰਨੇ ਬਖਸ਼ਿਸ਼ ਕੀਤਾ, ਤੇ ਅਸੀਂ ਸਾਰੇ ਇੱਕੋ ਸੁਰ ਵਿੱਚ ਹੋ ਕੇ ਕਹਿਣਾ ਸ਼ੁਰੂ ਕਰ ਦਈਏ, ਧੰਨ ਗੁਰੂ ਗ੍ਰੰਥ ਸਾਹਿਬ ਨੇ। ਤੇ ਸੱਚਮੁੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਸੰਸਾਰ ਵਿੱਚ ਬੋਲਬਾਲਾ, ਔਰ ਹਰ ਘਰ ਦੇ ਵਿੱਚ ਇਹ ਮੈਸੇਜ ਜਿਹੜਾ ਉਹ ਪਹੁੰਚੇਗਾ ਕਿ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਸਿੱਖ ਪੁੱਛਦੇ ਸਨ ਸਤਿਗੁਰੂ ਜੀ, ਕਿਉਂਕਿ ਸਤਿਗੁਰੂ ਜੀ ਨੇ ਜੰਗਾਂ ਯੁੱਧਾਂ ਦੇ ਵੇਲੇ ਵੀ ਗੁਰੂ ਕੀ ਬਾਣੀ ਦਾ ਪਾਠ ਪੜ੍ਹਨ, ਗੁਰਬਾਣੀ ਕੀਰਤਨ ਕਥਾ ਵਿਚਾਰ ਤੇ ਖਾਸ ਕਰਕੇ ਗੁਰਬਾਣੀ ਦੇ ਅਰਥ ਭਾਵ ਜਿਹੜੇ ਸੀ ਉਹਦੇ ਸਮਝਣ ਤੇ ਜ਼ੋਰ ਦਿੱਤਾ। ਕਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਸਾਨੂੰ ਕੋਈ ਸਿੱਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ। ਅੱਜ ਯਤਨ ਕਰੋ, ਕਿਉਂਕਿ ਇੱਥੇ ਤੱਕ ਕਿ ਜਦੋਂ ਅਸੀਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਦੇ ਹਾਂ ਉਹ ਵੀ ਸ਼ੁੱਧ ਨਹੀਂ ਹੈ। ਜਦੋਂ ਅਸੀਂ ਕਹਿੰਦੇ ਹਾਂ ਸੁਣੀ ਸੱਚੀ ਬਾਣੀ, ਤੇ ਜਿਨ੍ਹਾਂ ਨੂੰ ਬਾਣੀ ਬਾਰੇ ਗਿਆਨ ਨਹੀਂ ਉਹ ਸੁਣੀ ਨੂੰ ਕਹਿਣਗੇ ਸੂਣੀ ਸੱਚੀ ਬਾਣੀ। ਅਰਦਾਸ ਤੋਂ ਪਹਿਲਾਂ ਆਪਾਂ ਤੁਕਾਂ ਬੋਲਦੇ ਹਾਂ, ਉੱਚੇ ਤੇ ਉੱਚਾ ਭਗਵੰਤ, ਤੇ ਬਹੁਤਿਆਂ ਨੇ ਇਹੀ ਰਟਿਆ ਕਿ ਤੇ ਦੀ ਜਗ੍ਹਾ ਅਸੀਂ ਸੇ ਹੀ ਕਹਿਣਾ, ਉੱਚੇ ਸੇ ਉੱਚਾ ਭਗਵੰਤ। ਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਸਾਹਿਬ ਦੀ ਸੇਵਾ ਹੁੰਦੀ ਹੈ ਤੇ ਉਦੋਂ ਵੀ ਧੂਰ ਮੁਖ ਲਾਵਾ, ਕਈ ਉਹਨੂੰ ਧੂਰ ਮੁਕਲਾਵਾ ਹੀ ਪੜ੍ਹੀ ਜਾਂਦੇ ਆ। ਵੇਖੋ ਕਈ ਵਾਰ ਆਪਾਂ ਜਦੋਂ ਸ਼ਹਿਰਾਂ ਵਿੱਚ ਜਾਂਦੇ ਆ ਤੇ ਖੜਤਾਲਾਂ ਵਜਾ ਵਜਾ ਕੇ ਉੱਥੇ ਬਿਲਕੁਲ ਸੋਝੀ ਨਹੀਂ ਹੁੰਦੀ ਵੀ ਗੁਰਬਾਣੀ ਦਾ ਜਿਹੜਾ ਉਚਾਰਨ ਹੈ ਉਹ ਕਿਵੇਂ ਕਰਨਾ ਹੈ। ਲੈ ਧੂਰ ਮੁਖ ਲਾਵਾ, ਪਰ ਮੁਖ ਨੂੰ ਕੱਕਾ ਪੜ੍ਹ ਕੇ ਮੁਕਲਾਵਾ ਹੀ ਪੜ੍ਹੀ ਜਾਂਦੇ ਨੇ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਸਾਨੂੰ ਕੋਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ, ਤੇ ਜੇ ਕੋਈ ਸ਼ੁੱਧ ਬਾਣੀ ਦਾ ਪਾਠ ਸੁਣਾਉਣ ਵਾਲਾ ਹੋਵੇ ਤੇ ਉਹਨੂੰ ਇਹਦੇ ਇਵਜ ਵਿੱਚ ਕੀ ਦਿੱਤਾ ਜਾ ਸਕਦਾ, ਉਹ ਸਾਰਾ ਕੁਝ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਿਆ। ਤੇ ਜੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਗੁਰੂ ਕੀ ਬਾਣੀ ਨੂੰ ਪੜ੍ਹ ਕੇ ਸਾਨੂੰ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗਾਂ ਯੁੱਧਾਂ ਦੇ ਦੌਰਾਨ ਇਹ ਸਿੱਖਿਆ ਦਿੱਤੀ ਸੀ। ਕਹਿਣ ਲੱਗੇ ਸਿੱਖੋ ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ
ਅੱਗ ਪ੍ਰਗਟ ਕਰ ਲਈਏ ਤੇ ਅੱਗ ਤੋਂ ਰੋਸ਼ਨੀ ਪੈਦਾ ਹੁੰਦੀ ਹੈ, ਸਾਡੇ ਘਰਾਂ ਵਿੱਚ ਭੋਜਨ ਪੱਕਦਾ ਹੈ, ਅੱਗ ਤੋਂ ਊਰਜਾ ਸ਼ਕਤੀ ਜਿਹੜੀ ਹੈ ਉਹਦੇ ਨਾਲ ਕਈ ਤਰ੍ਹਾਂ ਦੀਆਂ ਮਸ਼ੀਨਾਂ ਚੱਲਦੀਆਂ ਨੇ। ਜਿਵੇਂ ਸਾਰੇ ਦੁੱਧ ਦੇ ਵਿੱਚ ਮੱਖਣ ਮੌਜੂਦ ਹੁੰਦਾ ਹੈ, ਪਰ ਜਦੋਂ ਜਾਗ ਲਾ ਕੇ ਦਹੀਂ ਜੰਮਦਾ ਉਹਨੂੰ ਰਿੜਕੀਏ ਤੇ ਉਹਦੇ ਵਿੱਚੋਂ ਫਿਰ ਮੱਖਣ ਕੱਢ ਲਈਦਾ। ਇਸੇ ਤਰ੍ਹਾਂ ਗੁਰੂ ਕੇ ਸ਼ਬਦ ਦੀ ਜਦੋਂ ਆਪਾਂ ਵਿਚਾਰ ਕਰਾਂਗੇ, ਗੁਰੂ ਕੇ ਸ਼ਬਦ ਦੀ ਵਿਚਾਰ ਗੁਰਬਾਣੀ ਦਾ ਮੰਥਨ ਹੈ, ਤੇ ਜਿਵੇਂ ਸ਼ਬਦ ਦੀ ਵਿਚਾਰ ਦਾ ਰਿੜਕਣਾ ਪਾਵਾਂਗੇ ਤੇ ਸ਼ਬਦ ਦੀ ਵਿਚਾਰ ਕਰਕੇ ਜੋ ਕੁਝ ਸਾਨੂੰ ਪ੍ਰਾਪਤ ਹੋਵੇਗਾ ਉਹ ਰੱਬੀ ਗਿਆਨ ਰੂਪੀ ਮੱਖਣ ਹੋਵੇਗਾ। ਸੁਨ ਕਰ ਸ਼੍ਰੀ ਹਰਿ ਗੋਬਿੰਦ ਕਹੈ, ਸਗਲ ਕਾਸ਼ਟ ਮੈਂ ਅਗਨੀ ਰਹੈ, ਜਥਾ ਦੁਗਧ ਮੈਂ ਘ੍ਰਿਤ ਮਿਲ ਰਹਿਓ, ਮਥਨ ਕਰੇ ਬਿਨ ਕਿਨਹੂ ਨਾ ਲਹਿਓ, ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਬਸੈ ਸੁਖ ਸਾਰਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਦੋ ਤਰ੍ਹਾਂ ਦੀ ਟੇਕ ਦਾ ਜ਼ਿਕਰ ਕੀਤਾ ਹੈ। ਇੱਕ ਟੇਕ ਹੈ ਜਦੋਂ ਅਸੀਂ ਰੱਬ ਤੇ ਭਰੋਸਾ ਬਣਾਉਨੇ ਆ, ਜੋ ਸਰਬ ਕਲਾ ਸਮਰੱਥ ਹੈ, ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਤੇ ਦੂਸਰੀ ਟੇਕ ਹੈ ਜਦੋਂ ਅਸੀਂ ਰੱਬ ਨਾਲੋਂ ਸਤਿਗੁਰੂ ਨਾਲੋਂ ਟੁੱਟ ਕੇ ਅਲਪ ਸ਼ਕਤੀਆਂ ਤੇ ਮੜੀਆਂ ਮਸਾਣਾਂ ਤੇ ਗ੍ਰਹਿ ਨਛੱਤਰਾਂ ਤੇ ਜਠੇਰਿਆਂ ਤੇ ਕਿਸੇ ਵਿਅਕਤੀ ਤੇ ਟੇਕ ਰੱਖਦੇ ਹਾਂ। ਉਸ ਟੇਕ ਬਾਰੇ ਗੁਰੂ ਅਰਜਨ ਦੇਵ ਜੀ ਨੇ ਸਪਸ਼ਟ ਕੀਤਾ, ਮਾਨੋ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਜੇ ਸਤਿਗੁਰੂ ਜੀ ਨੇ ਸਾਨੂੰ ਪਰਮਾਤਮਾ ਉੱਪਰ ਭਰੋਸਾ, ਪਰਮਾਤਮਾ ਉੱਪਰ ਟੇਕ ਰੱਖਣ ਦੀ ਪ੍ਰੇਰਣਾ ਕੀਤੀ ਤੇ ਆਪ ਵੀ ਪਰਮੇਸ਼ਰ ਤੇ ਭਰੋਸਾ ਰੱਖਿਆ। ਜਦੋਂ ਸਕੇ ਭਰਾ ਭਰਜਾਈ ਵੱਲੋਂ ਬਾਬਾ ਪ੍ਰਿਥੀ ਚੰਦ ਬੀਬੀ ਕਰਮੋਂ ਵੱਲੋਂ ਤਾਨੇ ਦਿੱਤੇ ਗਏ ਵੀ ਇਹਨਾਂ ਦੇ ਘਰ ਕਿਹੜੀ ਕੋਈ ਸੰਤਾਨ ਹੈ, ਸਾਡੇ ਪੁੱਤਰ ਮਿਹਰਬਾਨ ਨੇ ਗੱਦੀ ਦਾ ਮਾਲਕ ਬਣਨਾ। ਤੇ ਉਸ ਵੇਲੇ ਮਾਤਾ ਗੰਗਾ ਜੀ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਸਨ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰੇਰਣਾ ਕੀਤੀ ਸੀ ਕਿ ਸੰਗਤ ਦੀ ਸੇਵਾ ਵਿੱਚ ਲੱਗੋ, ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖਾਂ ਤੋਂ ਅਰਦਾਸ ਕਰਵਾਓ, ਜੋ ਅੱਜ ਵੀ ਸਾਡਾ ਮਾਰਗਦਰਸ਼ਨ ਕਰਦਾ ਹੈ ਕਿ ਜੀਵਨ ਵਿੱਚ ਜਦੋਂ ਕਿਤੇ ਵੀ ਦੁੱਖ ਸੁੱਖ ਆਉਣ, ਕੋਈ ਜੀਵਨ ਵਿੱਚ ਕਾਰਜ ਕਰਨਾ ਅਸੀਂ ਲੋੜਦੇ ਹਾਂ ਤੇ ਸਾਨੂੰ ਗੁਰਸਿੱਖਾਂ ਦੇ ਪਾਸ ਆ ਕੇ ਸਤਿਗੁਰੂ ਦੇ ਅੱਗੇ ਅਰਦਾਸ ਕਰਾਉਣੀ ਚਾਹੀਦੀ ਹੈ। ਤੇ ਅਰਦਾਸ ਜਦੋਂ ਕਰਾਓ, ਅਰਦਾਸ ਕਰਾਉਣ ਵਾਲੇ ਦੀ ਭਾਵਨਾ ਤੇ ਜਿਹੜੀ ਅਰਦਾਸ ਹੈ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਜਿਵੇਂ ਅਰਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ, ਪਰ ਭਾਵਨਾ ਮਾਤਾ ਗੰਗਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ। ਤੇ ਜਦੋਂ ਅਰਦਾਸ ਮਾਲਕ ਦੇ ਦਰ ਤੇ ਪਹੁੰਚਦੀ ਹੈ ਤੇ ਫਿਰ ਮਾਲਕ ਨੇ ਤਰੁੱਠ ਕੇ ਦਾਤ ਦਿੱਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪਸ਼ਟ ਕੀਤਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇੱਥੇ ਬੰਨਾ ਦਾ ਅਰਥ ਕਈ ਵਿਦਵਾਨਾਂ ਨੇ ਆਸਰਾ ਵੀ ਕੀਤਾ, ਜਿਵੇਂ ਪੈਲੀ ਦੇ ਦੁਆਲੇ ਜਿਹੜੀ ਵੱਟ ਹੁੰਦੀ ਹੈ ਉਹਨੂੰ ਬੰਨਾ ਕਿਹਾ ਜਾਂਦਾ ਹੈ। ਜਿਵੇਂ ਬੰਨਾ ਪਾਣੀ ਨੂੰ ਰੋਕਣ ਵਾਸਤੇ ਆਸਰਾ ਹੈ। ਸਿਪਾਹੀ ਕੋਲ ਕੋਈ ਮੋਰਚਾ ਨਾ ਹੋਵੇ ਤੇ ਸਿਪਾਹੀ ਕਈ ਵਾਰ ਲੰਮਾ ਪੈ ਕੇ ਵੱਟ ਦਾ ਉਹਲਾ ਲੈ ਲੈਂਦਾ, ਜਿਹੜਾ ਬੰਨਾ ਵੱਟ ਹੈ ਉਹਨੂੰ ਸਹਾਰਾ ਆਸਰਾ ਕਿਹਾ ਜਾਂਦਾ ਹੈ। ਤੇ ਬਾਣੀ ਵਿੱਚ ਬੰਨਾ ਦਾ ਅਰਥ ਸਹਾਰਾ ਵੀ ਹੈ, ਰੋਕ ਵੀ ਹੈ। ਤੇ ਨਾਲ ਜਿਵੇਂ ਧੀ ਨੂੰ ਬੰਨੋ ਤੇ ਪੁੱਤਰ ਨੂੰ ਬੰਨਾ ਕਿਹਾ ਜਾਂਦਾ ਹੈ। ਕਈ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਬੰਨਾ ਦਾ ਅਰਥ ਪੁੱਤਰ, ਕਿ ਜਦੋਂ ਪੁੱਤਰ ਦੀ ਦਾਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਹੋਈ ਤੇ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮਾਲਕ ਜੀ ਤੁਸੀਂ ਤਰੁੱਠ ਕਰਕੇ ਕਿਰਪਾ ਕੀਤੀ ਹੈ, ਕਿਉਂਕਿ ਮਾਲਕ ਤੋਂ ਜੋ ਕੁਝ ਵੀ ਮੰਗੀਏ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਿਹੜੀ ਦਾਤ ਹੈ ਜਿਹੜੀ ਗੁਰੂ ਦੀ ਸੇਵਾ ਕਰਕੇ ਨਹੀਂ ਮਿਲਦੀ ਏ? ਗੁਰੂ ਅਰਜਨ ਦੇਵ ਜੀ ਦਾ ਭਰੋਸਾ ਹੈ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਜ਼ਿਕਰ ਹੈ, ਗੁਰ ਸੇਵਾ ਕਿੰਗ ਨਾ ਮਿਲੇ। ਅਤੇ ਗੁਰੂ ਦੀ ਸੇਵਾ ਕੀਤਿਆਂ ਕਿਹੜਾ ਫਲ ਹੈ ਜਿਹੜਾ ਸਾਡੀ ਝੋਲੀ ਵਿੱਚ ਨਹੀਂ ਪੈਂਦਾ? ਸਤਿਗੁਰੂ ਜੀ ਸਾਰੇ ਹੀ ਫਲ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿੱਥੇ ਦੂਰ ਦ੍ਰਿਸ਼ਟੀ ਦੇ ਧਾਰਨੀ ਸਨ, ਉਹਨਾਂ ਨੇ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਦੀ ਜਿਹੜੀ ਈਰਖਾਲੂ ਨੀਤੀ ਸੀ ਉਹਨੂੰ ਵੇਖਦਿਆਂ ਗੁਰੂ ਕੇ ਮਹਿਲ ਉਸ ਦੀ ਜਗ੍ਹਾ ਗੁਰੂ ਕੀ ਵਡਾਲੀ ਵਿਖੇ ਜਾ ਕੇ ਕੁਝ ਸਮਾਂ ਟਿਕਾਣਾ ਕੀਤਾ, ਜਿੱਥੇ 1595 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਸਤਿਗੁਰੂ ਜੀ ਨੇ ਇਸ ਖੁਸ਼ੀ ਦੇ ਵਿੱਚ, ਕਿਉਂਕਿ ਮਾਨਵਤਾ ਦੇ ਭਲੇ ਲਈ ਪਰ ਉਪਕਾਰ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲਾਂ ਵੀ ਸਮਰਪਿਤ ਸਨ। ਜੇ ਲਾਹੌਰ ਦੀ ਧਰਤੀ ਤੇ ਮਹਾਮਾਰੀ ਫੈਲਦੀ ਤੇ ਆਪਣੇ ਹੱਥੀਂ ਰੋਗੀਆਂ ਦਾ ਉਪਚਾਰ ਜਿਹੜੇ ਚੜ੍ਹਾਈ ਕਰ ਜਾਂਦੇ, ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕਰਦੇ। ਤਰਨਤਾਰਨ ਸਾਹਿਬ ਵਰਗੇ ਜਿੱਥੇ ਪ੍ਰਚਾਰਕ ਕੇਂਦਰ ਸਥਾਪਿਤ ਕੀਤੇ, ਉੱਥੇ ਕੋੜੀ ਘਰ, ਦਵਾਖਾਨੇ ਖੋਲੇ, ਹਰੇ ਭਰੇ ਬਾਗ ਲਗਵਾਏ ਤੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 6 ਹਰਟਾਂ ਵਾਲਾ ਖੂਹ ਲਗਵਾਇਆ ਵੀ ਇੱਕੋ ਖੂਹ ਦੇ ਵਿੱਚ 6 ਹਰਟਾਂ ਇੱਕੋ ਸਮੇਂ ਚੱਲਣ। ਤੇ ਅੱਜ ਉਸ ਨਗਰ ਦਾ ਨਾਮ ਹੀ 6 ਹਰਟਾ ਸਾਹਿਬ ਪੈ ਗਿਆ, ਜਿਹਨੂੰ ਕਈ ਵਾਰ ਆਪਾਂ ਬਿਨਾਂ ਵਿਚਾਰਿਆਂ ਛਿਆਟਾ ਸਾਹਿਬ ਵੀ ਕਹਿੰਦੇ ਆ, ਤੇ ਕਈ ਤੇ ਇਕੱਲਾ ਹੀ ਛਿਆਟਾ ਕਹੀ ਜਾਂਦੇ ਨੇ। 6 ਹਰਟਾ ਅਸਲ ਵਿੱਚ ਉਹਦਾ ਨਾਮ ਹੈ, ਜਿੱਥੇ ਇੱਕੋ ਖੂਹ ਦੇ ਵਿੱਚ 6 ਹਰਟਾਂ ਚਲਾਈਆਂ ਸਨ ਵੀ ਪਾਣੀ ਦੀ ਜਿਹੜੀ ਕਿੱਲਤ ਹੈ ਉਹ ਦੂਰ ਹੋਵੇ। ਕਿਉਂਕਿ ਪਾਣੀ ਸਾਡੀ ਜ਼ਿੰਦਗੀ ਦਾ ਮੂਲ ਹੈ। ਸਾਡੇ ਸਰੀਰ ਵਿੱਚ 75% ਪਾਣੀ ਹੈ। ਪਾਣੀ ਤੇ ਸਾਡੀ ਘਾੜਤ ਘੜੀ ਗਈ ਹੈ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦਿਉਰਾ ਕਰਿਆ। ਤੇ ਜਦੋਂ ਭੂਗੋਲਿਕ ਤੌਰ ਤੇ ਵੀ ਵੇਖਾਂਗੇ ਤੇ ਧਰਤੀ ਕੇਵਲ ਇੱਕ ਹਿੱਸਾ ਹੈ, ਬਾਕੀ 3 ਹਿੱਸੇ ਸਾਡੇ ਆਲੇ ਦੁਆਲੇ ਪਾਣੀ ਹੈ। ਪਾਣੀ ਦੀ ਸੰਭਾਲ ਬੜੀ ਜ਼ਰੂਰੀ ਹੈ। ਜਿੱਥੇ ਸਤਿਗੁਰਾਂ ਨੇ ਦਾਤਾਂ ਦਾ ਜ਼ਿਕਰ ਕੀਤਾ, ਉੱਥੇ ਇਸ ਦਾਤ ਵਿੱਚ ਇਹ ਵੀ ਸ਼ਾਮਲ ਹੈ ਕਿ ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਇਹ ਮਾਲਕ ਦੀਆਂ ਦਾਤਾਂ ਨੇ ਤੇ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਤਿਸ ਮੈਂ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰੇ ਬ੍ਰਹਿਮੰਡ ਵਿੱਚ ਜਿਹੜੀ ਧਰਤੀ ਹੈ ਉਹ ਧਰਮਸ਼ਾਲਾ ਹੈ। ਗੁਰਦੁਆਰੇ ਸਾਹਿਬ, ਧਰਮ ਮੰਦਰ, ਗਿਰਜੇ ਘਰ, ਮਸਜਿਦ ਉਹ ਸਿੱਖਿਆ ਦੇ ਕੇਂਦਰ ਨੇ, ਸੋਝੀ ਦੇ ਕੇਂਦਰ ਨੇ ਵੀ ਅਸੀਂ ਉੱਥੋਂ ਸਿੱਖਿਆ ਲੈ ਕੇ ਸਾਰੀ ਧਰਤੀ ਨੂੰ ਧਰਮਸ਼ਾਲਾ ਸਮਝਣਾ ਹੈ ਕਿ ਜਿੱਥੇ ਵੀ ਆਪਾਂ ਜਾਵਾਂਗੇ ਉੱਥੇ ਬੈਠ ਕੇ ਅਸੀਂ ਧਰਮ ਕਮਾਉਣਾ, ਉੱਥੇ ਪਰਮੇਸ਼ਰ ਨਾਲ ਜੁੜਨਾ। ਇਹ ਮੰਨਣਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣ ਹਰ ਜੀਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਖ ਰਹੇ ਸਨ ਕਿ ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਨੇ ਕਦੇ ਸੁਲਭੀ ਖਾਂ ਨੂੰ ਪ੍ਰੇਰ ਕੇ ਗੁਰੂ ਘਰ ਦੇ ਉੱਪਰ ਵੇਖੋ ਕੋਝੇ ਹਮਲੇ ਕਰਵਾਉਂਦਾ ਰਿਹਾ। ਉੱਥੇ ਬਾਲਕ ਹਰਗੋਬਿੰਦ ਜੀ ਦੇ ਉੱਪਰ ਵੀ ਉਹਨੇ ਕਈ ਤਰ੍ਹਾਂ ਦੇ ਮਾਰੂ ਹਮਲੇ ਕਰਵਾਏ। ਸਭ ਤੋਂ ਪਹਿਲਾਂ ਇੱਕ ਜਿਹੜੀ ਦਾਈ ਫੱਤੋ ਸੀ, ਉਹਦੀ ਚੋਣ ਕੀਤੀ ਕਿ ਆਪਣੀ ਛਾਤੀ ਨੂੰ, ਆਪਣੀ ਜਿਹੜੇ ਅਸਥਨ ਨੇ ਉਹਨਾਂ ਨੂੰ ਤੂੰ ਜ਼ਹਿਰ ਲਗਾ ਕੇ ਬਾਲਕ ਹਰਗੋਬਿੰਦ ਜੀ ਨੂੰ ਦੁੱਧ ਪਿਆਉਣਾ। ਪਰ ਜਿਸ ਕਾ ਸਾਸ ਨਾ ਕਾਢਤ ਆਪ, ਤਾਂਕੋ ਰਾਖਤ ਦੇ ਕਰ ਹਾਥ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਗੁਰੂ ਅਰਜਨ ਦੇਵ ਮਹਾਰਾਜ ਦਾ ਏਡਾ ਵੱਡਾ ਭਰੋਸਾ ਸੀ ਕਿ ਜਿਸ ਮਾਲਕ ਨੇ ਮਾਤਾ ਦੇ ਉਦਰ ਵਿੱਚ ਬੱਚੇ ਦੀ ਰੱਖਿਆ ਕੀਤੀ ਹੈ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਤੇ ਅੱਜ ਸਾਨੂੰ ਵੀ ਭਰੋਸਾ ਬਣਾਉਣਾ ਚਾਹੀਦਾ ਹੈ ਕਿ ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਬੱਚਾ 9-10 ਮਹੀਨੇ ਪੁੱਠਾ ਲਟਕਦਾ ਹੈ। ਇੰਜ ਕਹਿ ਲਈਏ ਕਿ ਬੜਾ ਭਿਆਨਕ ਖਤਰਾ ਹਰ ਵੇਲੇ ਬਣਿਆ ਰਹਿੰਦਾ। ਜਿਹੜਾ ਰੱਬ, ਜਿਹੜਾ ਪਰਮੇਸ਼ਰ ਇੰਨੇ ਘੋਰ ਵਿਖਮ ਸਥਾਨ ਤੇ ਸਾਡੇ ਬੱਚੇ ਦੀ ਰੱਖਿਆ ਕਰਦਾ ਹੈ, ਜਦੋਂ ਬੱਚਾ ਜਨਮ ਲੈ ਕੇ ਆਉਂਦਾ, ਕੋਈ ਤੜਾਗੀ ਲਿਆਉਣ ਦੀ ਲੋੜ ਨਹੀਂ, ਕੋਈ ਰੱਖ ਲਿਆਉਣ ਦੀ ਲੋੜ ਨਹੀਂ, ਕੋਈ ਕਿਸੇ ਨੂੰ ਟੂਣਾ ਟਾਮਣ ਮੰਤਰ ਤੰਤਰ ਪੜਾਉਣ ਦੀ ਲੋੜ ਨਹੀਂ। ਇੱਕੋ ਹੀ ਬਚਨ ਕਹਿਣਾ ਵੀ ਜਿਸ ਮਾਲਕ ਨੇ 9-10 ਮਹੀਨੇ ਮਾਂ ਦੇ ਪੇਟ ਵਿੱਚ ਬੱਚੇ ਦੀ ਰੱਖਿਆ ਕੀਤੀ ਹੈ, ਹੁਣ ਇਸ ਧਰਤੀ ਤੇ ਵੀ ਸਾਡੇ ਬੱਚੇ ਦਾ ਰਾਖਾ ਉਹ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ,
ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਮੈਂ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਉਹ ਤੇ ਮਾਂ ਦੇ ਪੇਟ ਵਿੱਚ ਵੀ ਬੱਚੇ ਦੀ ਰੱਖਿਆ ਕਰਦਾ ਹੈ। ਤੇ ਜਦੋਂ ਦਾਈ ਫਤੋ ਅਸਨਾ ਨੂੰ ਜ਼ਹਿਰ ਲਾ ਕੇ ਬਾਲਕ ਹਰਗੋਬਿੰਦ ਜੀ ਦੀ ਜੀਵਨ ਲੀਲਾ ਸਮਾਪਤ ਕਰਨ ਲਈ ਆਈ ਤੇ ਬਾਲਕ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਤੇ ਅਸਤਨਾ ਉੱਪਰ ਲੱਗੇ ਹੋਏ ਜ਼ਹਿਰ ਦਾ ਜਿਹੜਾ ਉਲਟਾ ਅਸਰ ਸੀ ਉਹ ਦਾਈ ਫਤੋ ਨੂੰ ਹੋਇਆ। ਤੇ ਇਤਿਹਾਸ ਕਹਿੰਦਾ ਜਿਹੜੇ ਬਾਲਕ ਹਰਗੋਬਿੰਦ ਜੀ ਦੀ ਜੀਵਨ ਲੀਲਾ ਸਮਾਪਤ ਕਰਨ ਆਈ ਸੀ, ਉਹਦੀ ਆਪਣੀ ਜੀਵਨ ਲੀਲਾ ਜਿਹੜੀ ਸੀ ਉਹ ਖਤਮ ਹੋ ਗਈ। ਕਿਉਂਕਿ ਅੱਜ ਵੀ ਅਸੀਂ ਵੇਖਦੇ ਹਾਂ ਜਦੋਂ ਕਿਸੇ ਦਾ ਬੁਰਾ ਕੀਤਾ ਜਾਵੇ ਨਾ, ਆ ਨਸ਼ਿਆਂ ਦੀ ਅੱਗ ਸੰਸਾਰ ਦੇ ਵਿੱਚ ਜੋ ਕੁਝ ਵੀ ਪਾਪ ਹੋ ਰਿਹਾ, ਇਹ ਅੱਗ ਦਾ ਰੁੱਖ ਜਦੋਂ ਬਦਲਦਾ ਹੈ ਨਾ, ਤੇ ਕਈ ਵਾਰ ਅੱਗ ਲਾਉਣ ਵਾਲੇ ਜਿਹੜੇ ਨੇ ਉਹਨਾਂ ਦੇ ਘਰਾਂ ਵੱਲ ਵੀ ਪਰਤ ਕੇ ਆ ਜਾਂਦਾ। ਆ ਨਸ਼ੇ ਵੰਡਣ ਵਾਲੇ, ਨਸ਼ੇ ਲਾਉਣ ਵਾਲੇ ਅੱਜ ਉਹਨਾਂ ਦੇ ਧੀਆਂ ਪੁੱਤਰ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂਦੇ, ਕੇਵਲ ਨਸ਼ੇ ਪੀਣ ਦੇ ਉਹ ਆਦੀ ਹੋ ਚੁੱਕੇ ਨੇ। ਜਿਨ੍ਹਾਂ ਨੇ ਲੋਕਾਂ ਦਾ ਬੁਰਾ ਸੋਚਿਆ ਸੀ, ਅੱਜ ਉਹ ਅੱਗ ਉਹਨਾਂ ਦੇ ਘਰਾਂ ਵੱਲ ਤੋਂ ਰਹੀ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ। ਆਪ ਅੱਗੇ ਵਧੋ ਪਰ ਕਿਸੇ ਨੂੰ ਪਛਾੜ ਕੇ ਨਹੀਂ, ਆਪ ਆਬਾਦ ਹੋਵੋ ਪਰ ਕਿਸੇ ਨੂੰ ਬਰਬਾਦ ਕਰਕੇ ਨਹੀਂ। ਮਾਲਕ ਅੱਗੇ ਅਰਦਾਸਾਂ ਕਰੋ ਧੀਆਂ ਪੁੱਤਰ ਮਿਲਣ, ਪਰ ਦੂਜਿਆਂ ਦੇ ਧੀਆਂ ਪੁੱਤਰਾਂ ਨੂੰ ਮਾਰ ਕੇ ਨਹੀਂ। ਕਿਉਂਕਿ ਗੁਰੂ ਕੀ ਬਾਣੀ ਦੇ ਬਚਨ ਨੇ, ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਣ ਹੋਏ ਕਾ ਉਤਰੈ ਜਾਏ ਆਪਣੇ ਖਾਏ। ਜਿਹੜੇ ਦੂਜਿਆਂ ਦੇ ਬੱਚਿਆਂ ਨੂੰ ਮਾਰਦੇ ਨੇ, ਅਗਲੀ ਵਾਰ ਉਹਨਾਂ ਨੂੰ ਸਪਣੀ ਦੀ ਜੂਨ ਮਿਲਦੀ ਹੈ। ਤੇ ਸਪਣੀ ਬਾਰੇ ਪ੍ਰਸਿੱਧ ਹੈ ਕਿ ਸਪਣੀ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਆਪਣੇ ਬੱਚੇ ਆਪ ਹੀ ਖਾਈ ਜਾਂਦੀ ਹੈ। ਇਸ ਕਰਕੇ ਅਰਦਾਸ ਤੇ ਵਿਸ਼ਵਾਸ ਰੱਖਣਾ ਹੈ, ਮਾਲਕ ਤੇ ਭਰੋਸਾ ਰੱਖਣਾ ਹੈ, ਦੂਜਿਆਂ ਦੇ ਬੱਚਿਆਂ ਵੱਲ ਵੇਖ ਕੇ ਖੁਸ਼ ਹੋਣਾ, ਕਦੇ ਕਿਸੇ ਦੇ ਬੱਚੇ ਦਾ ਨੁਕਸਾਨ ਨਹੀਂ ਕਰਨਾ। ਪ੍ਰਿਥੀ ਚੰਦ ਨੇ ਫਿਰ ਦੂਸਰੀ ਚਾਲ ਚੱਲੀ। ਇੱਕ ਸਪੇਰਾ ਲੱਭਿਆ ਕਿ ਜ਼ਹਿਰੀਲਾ ਸੱਪ ਜਿਹੜਾ ਜਦੋਂ ਬਾਲਕ ਹਰਗੋਬਿੰਦ ਜੀ ਵੱਲ ਛੱਡ ਦਿੱਤਾ ਜਾਵੇਗਾ, ਉਹ ਡੰਗ ਮਾਰੇਗਾ ਤੇ ਬਾਲਕ ਦੀ ਜੀਵਨ ਲੀਲਾ ਸਮਾਪਤ ਹੋ ਜਾਵੇਗੀ। ਪਰ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਜਿਨ੍ਹਾਂ ਬਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ ਸਨ, ਮਾਤਾ ਜੀ ਤੁਮਰੇ ਗਰੇ ਪ੍ਰਗਟੇਗਾ ਜੋਧਾ, ਜਿਨ ਕੋ ਬਲ ਗੁਣ ਕਿਨਹੂ ਨਾ ਸੋਧਾ। ਬਾਲਕ ਹਰਗੋਬਿੰਦ ਜੀ ਨੇ ਆਪਣੇ ਹੱਥਾਂ ਵਿੱਚ ਸੱਪ ਦੀ ਸਿਰੀ ਪਕੜ ਕੇ ਉਹਨੂੰ ਪਟਕਾ ਕੇ ਧਰਤੀ ਤੇ ਮਾਰਿਆ ਤੇ ਸੱਪ ਦੀ ਜੀਵਨ ਲੀਲਾ ਖਤਮ ਕਰ ਦਿੱਤੀ। ਇਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰ ਉਪਕਾਰੀ ਹੋਣ ਦੀ ਸ਼ੁਰੂਆਤ ਸੀ। ਬਾਬੇ ਪ੍ਰਿਥੀ ਚੰਦ ਨੇ ਤੀਸਰੀ ਚਾਲ ਚੱਲੀ ਕਿ ਇੱਕ ਬ੍ਰਾਹਮਣ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਗਰੀਬ ਬ੍ਰਾਹਮਣ ਸਨ ਉਹ ਰਸੋਈਏ ਬਣ ਕੇ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਸਨ। ਗੁਰੂ ਘਰ ਦਾ ਵੀ ਜ਼ਿਕਰ ਹੈ ਵੀ ਜਿਵੇਂ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀ। ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰਨ ਲਈ ਲਾਗੀ ਤੇ ਬ੍ਰਾਹਮਣ ਨੂੰ ਭੇਜਿਆ ਗਿਆ। ਭਾਵ ਜਿਹੜੇ ਗਰੀਬ ਬ੍ਰਾਹਮਣ ਤੇ ਗਰੀਬ ਲਾਗੀ ਸਨ, ਉਹਨਾਂ ਕੋਲ ਕਈ ਵਾਰ ਇਹੋ ਜਿਹੇ ਕੰਮ ਕਰਵਾਏ ਜਾਂਦੇ ਸਨ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸੁਨੇਹੇ ਭੇਜਣੇ, ਤੁਰ ਫਿਰ ਕੇ ਰਿਸ਼ਤੇ ਲੱਭਣੇ, ਜਾਂ ਘਰਾਂ ਦੇ ਵਿੱਚ ਰਸੋਈਏ ਰੱਖ ਲੈਣੇ। ਜਿਵੇਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਕਈ ਵਾਰ ਰਸੋਈਏ ਜਿਹੜੇ ਨੇ ਉਹ ਸਾਡੇ ਆਪਣੇ ਧਰਮ ਨਾਲ ਸੰਬੰਧਿਤ ਨਹੀਂ ਹੁੰਦੇ, ਦੂਸਰੀਆਂ ਸਟੇਟਾਂ 'ਚੋਂ ਆ ਕੇ ਸਾਡੇ ਘਰਾਂ ਦੀਆਂ ਰਸੋਈਆਂ ਵਿੱਚ ਉਹ ਕੰਮ ਕਰਦੇ ਨੇ। ਉਹਨੇ ਇੱਕ ਰਸੋਈਆ ਲੱਭਿਆ ਤੇ ਰਸੋਈਏ ਬ੍ਰਾਹਮਣ ਨੂੰ ਕਿਹਾ ਕਿ ਤੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲਕ ਹਰਗੋਬਿੰਦ ਜੀ ਨੂੰ ਪਿਆਉਣਾ ਹੈ। ਪਰ ਹੋਇਆ ਕਿ ਬਾਲਕ ਹਰਗੋਬਿੰਦ ਜੀ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ। ਇੰਨੇ ਨੂੰ ਉਸ ਰਸੋਈਏ ਬ੍ਰਾਹਮਣ ਦੇ ਪੇਟ ਵਿੱਚ ਐਸਾ ਸੂਲ ਉੱਠਿਆ ਕਿ ਸੰਗਤ ਦੇ ਸਾਹਮਣੇ ਤੜਫ ਤੜਫ ਕੇ ਉਹਨੇ ਪ੍ਰਾਣ ਤਿਆਗ ਦਿੱਤੇ। ਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਮੇਰੇ ਪੁੱਤਰ ਨੂੰ ਮਾਲਕ ਨੇ ਥੋੜਾ ਜਿਹਾ ਵੀ ਲੇਪ ਨਹੀਂ ਲੱਗਣ ਦਿੱਤਾ, ਥੋੜੀ ਜੀ ਵੀ ਆਂਚ ਨਹੀਂ ਆਉਣ ਦਿੱਤੀ। ਪਰ ਦੁਸ਼ਟ ਬ੍ਰਾਹਮਣ ਜਿਹੜਾ ਰਸੋਈਆ ਸੀ, ਜਿਨੇ ਦਹੀਂ ਵਿੱਚ ਜ਼ਹਿਰ ਮਲਾਈ ਸੀ, ਵੇਖੋ ਸੂਲ ਪੈ ਕੇ ਉਹ ਮਾਰਿਆ ਗਿਆ। ਭਾਵ
ਜਿਹੜਾ ਗੁਰੂ ਘਰ ਦਾ ਬੁਰਾ ਕਰਨ ਆਇਆ ਸੀ ਉਹਦਾ ਆਪਣਾ ਬੁਰਾ ਹੋ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਛੋਟੀ ਅਵਸਥਾ ਦੇ ਵਿੱਚ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਚੇਚਕ, ਇਹ ਬੜਾ ਭਿਆਨਕ ਰੋਗ ਜਿਹੜਾ ਸੀ ਫੈਲਿਆ ਹੋਇਆ ਸੀ, ਜਿਹਨੂੰ ਭਾਰਤ ਵਿੱਚ ਕਈ ਲੋਕ ਸੀਤਲਾ ਵੀ ਤੇ ਕਈ ਉਹਨੂੰ ਸੀਤਲਾ ਮਾਤਾ ਵੀ ਕਹਿੰਦੇ ਨੇ। ਇਹ ਭਾਰਤ ਦੀ ਬਦਕਿਸਮਤੀ ਹੈ ਕਿ ਜਿੱਥੋਂ ਕੁਝ ਮਿਲਿਆ ਉਹਨੂੰ ਵੀ ਦੇਵਤਾ ਕਿਹਾ ਗਿਆ ਤੇ ਜਿੱਥੋਂ ਡਰ ਆਇਆ ਉਹਨੂੰ ਵੀ ਦੇਵਤਾ ਕਿਹਾ ਗਿਆ। ਇਹੀ ਕਾਰਨ ਕਿ ਜਦੋਂ ਸੀਤਲਾ ਵਰਗਾ ਰੋਗ ਲੱਗਦਾ ਤੇ ਲੋਕੀ ਸੀਤਲਾ ਨੂੰ ਵੀ ਮਾਤਾ ਕਹਿੰਦੇ। ਤੇ ਸਤਿਗੁਰੂ ਹੈਰਾਨ ਸਨ ਵੀ ਜੇ ਸੀਤਲਾ ਮਾਤਾ ਹੈ ਤੇ ਫਿਰ ਇਹਦਾ ਸਤਿਕਾਰ ਕਰੋ, ਇਹਨੂੰ ਘਰਾਂ ਵਿੱਚ ਆਉਣ ਦਿਓ, ਘਰਾਂ ਵਿੱਚੋਂ ਜਾਣ ਲਈ ਕਿਉਂ ਯਤਨ ਕਰਦੇ ਹੋ? ਨਹੀਂ, ਅਸਲ ਵਿੱਚ ਉਹ ਚੇਚਕ ਇੱਕ ਰੋਗ ਸੀ, ਇੱਕ ਤਾਪ ਸੀ। ਤੇ ਜਦੋਂ ਬਾਲਕ ਹਰਗੋਬਿੰਦ ਜੀ ਦੇ ਤਨ ਤੇ ਚੇਚਕ ਨਿਕਲੀ ਤੇ ਕੱਚੇ ਪਿੱਲੇ ਕਹਿਣ ਲੱਗੇ, ਸਤਿਗੁਰੂ ਜੀ ਜਿਹੜੀ ਸੀਤਲਾ ਹੈ ਉਹਦੀ ਆਰਾਧਨਾ ਕਰਨੀ ਚਾਹੀਦੀ ਹੈ। ਕਿਉਂਕਿ ਬਾਣੀ ਵਿੱਚ ਵੀ ਜ਼ਿਕਰ ਆਇਆ, ਕੱਚੇ ਪਿੱਲੇ ਕਈ ਵਾਰ ਇਸ ਤਰ੍ਹਾਂ ਦੀ ਸਲਾਹ ਦਿੰਦੇ ਸਨ। ਜਦੋਂ ਬਾਬੇ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਪ੍ਰੇਰ ਕੇ ਲਿਆਂਦਾ ਨਾ, ਤੇ ਕਈ ਕਹਿਣ ਲੱਗੇ ਜੀ ਕੋਈ ਚਿੱਠੀ ਪੱਤਰ ਭੇਜੀਏ, ਉਹਨੂੰ ਰੋਕ ਦਈਏ, ਕੋਈ 2-4 ਬੰਦੇ ਭੇਜ ਕੇ ਰੋਕੀਏ, ਕੋਈ ਹੋਰ ਉਪਾਅ ਕਰੀਏ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਇੰਨਾ ਸਮਾਂ ਹੀ ਨਹੀਂ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਸਭ ਕਹਿਣ ਲੱਗੇ ਸਾਡਾ ਭਰੋਸਾ ਮਾਲਕ ਤੇ ਆ। ਤੇ ਮਾਲਕ ਨੇ ਕਿਰਪਾ ਕੀਤੀ। ਜਦੋਂ ਹੰਕਾਰੀ ਬਾਬਾ ਪ੍ਰਿਥੀ ਚੰਦ ਤੇ ਸੁਲਹੀ ਖਾਂ ਹੀਰ ਪਿੰਡ ਦੇ ਵਿੱਚ ਪਹੁੰਚੇ ਤੇ ਬਾਬਾ ਪ੍ਰਿਥੀ ਚੰਦ ਆਪਣੇ ਇੱਟਾਂ ਦਾ ਆਵਾ ਵਿਖਾਉਣ ਵਾਸਤੇ ਸੁਲਹੀ ਖਾਨ ਨੂੰ ਲੈ ਗਿਆ। ਤੇ ਸੁਲਹੀ ਖਾਨ ਇੰਨਾ ਹੰਕਾਰੀ ਘੋੜੇ ਤੇ ਚੜਿਆ ਚੜਾਇਆ, ਕਹਿੰਦਾ ਮੈਂ ਨਹੀਂ ਉਤਰਨਾ, ਮੈਂ ਆਵੇ ਦੇ ਉੱਪਰ ਘੋੜਾ ਚੜਾ ਕੇ ਤੇ ਵੇਖਣਾ ਹੈ। ਤੇ ਜਦੋਂ ਘੋੜੇ ਦਾ ਪੈਰ ਜਿਹੜਾ ਇੱਟਾਂ ਦਾ ਆਵਾ ਹੁੰਦਾ, ਜਿਹੜੀ ਉਹਦੇ ਵਿੱਚ ਵਿੱਥ ਹੁੰਦੀ, ਪਿਆ ਤੇ ਅੱਗ ਵਿੱਚ ਸੜ ਕੇ ਘੋੜੇ ਸਮੇਤ ਹੀ ਮਰ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸਨ, ਸੁਲਹੀ ਤੇ ਨਰੈਣ ਰਾਖ। ਵੇਖੋ ਭਾਈ, ਸੁਲਹੀ ਤੋਂ ਰੱਬ ਨੇ ਰੱਖਿਆ ਕੀਤੀ ਹੈ। ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਸਲਾਮ ਅੰਦਰ ਮੰਨਿਆ ਜਾਂਦਾ ਵੀ ਮੁਰਦਾ ਦਫਨਾਇਆ ਜਾਵੇ, ਜੇ ਸੰਸਕਾਰ ਕਰੋਗੇ ਤੇ ਅੱਗ ਵਿੱਚ, ਦੋਜ਼ਖ ਦੀ ਅੱਗ ਵਿੱਚ ਸੜਨਾ ਪੈਂਦਾ। ਉਹ ਆਪਣੇ ਧਰਮ ਦੇ ਮੁਤਾਬਕ ਬੜੀ ਨਾਪਾਕ, ਬੜੀ ਅਪਵਿੱਤਰ ਮੌਤ ਮਾਰਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਦਾ ਭਰੋਸਾ ਸੀ। ਮਹਾਰਾਜ ਕਹਿਣ ਲੱਗੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਉਹ ਮਾਲਕ ਤਿੰਨੇ ਤਰ੍ਹਾਂ ਦੇ ਤਾਪ ਦੂਰ ਕਰਨ ਵਾਲਾ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਆਦ ਬਿਆਦ ਕੇ ਬੰਧਨ ਜੇਤਕ, ਨਾਮ ਕੇ ਲੇਤ ਸਭੈ ਛੁਟ ਜਾਹੀ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਨਿਰਣਾ ਹੈ, ਜੈ ਹਰ ਸਿਮਰਨ ਭਇਆ ਤੈਂ ਉਪਾਦ ਗਤ ਕੀਨੀ। ਇਹ ਤਿੰਨ ਤਰ੍ਹਾਂ ਦੇ ਤਾਪ ਨੇ, ਆਦ ਬਿਆਦ ਤੇ ਉਪਾਦ। ਇੱਕ ਸਰੀਰ ਨੂੰ ਤਾਪ ਚੜ੍ਹਦਾ, ਇੱਕ ਜਦੋਂ ਮਨ ਤਪਦਾ, ਤੇ ਇੱਕ ਉਹ ਤਾਪ ਜਿਹੜਾ ਦੁੱਖ ਅਚਨਚੇਤ ਆ ਜਾਵੇ। ਅੱਜ ਸਤਿਗੁਰੂ ਜੀ ਨੇ ਮਹੀਨੇ ਦੀ ਆਰੰਭਤਾ ਵੇਲੇ ਵੀ ਇਹ ਬਖਸ਼ਿਸ਼ ਕੀਤੀ ਹੈ, ਅਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ। ਨਾਹ ਸ਼ਬਦ ਸੰਸਕ੍ਰਿਤ ਦਾ, ਜਿਹਦਾ ਅਰਥ ਹੈ ਪਤੀ। ਵੀ ਜਿਨ੍ਹਾਂ ਦੇ ਕੋਲ ਮਾਲਕ ਪਤੀ ਨਹੀਂ ਹੈ, ਹਾੜ ਦੇ ਮਹੀਨੇ ਵਾਂਗ ਉਹ ਅੰਦਰੋਂ ਅੰਦਰ ਤਪਦੇ ਰਹਿੰਦੇ ਨੇ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਪਰ ਜਿਨ੍ਹਾਂ ਦੇ ਕੋਲ ਪਰਮਾਤਮਾ ਹੈ, ਉਹ ਤਾਂ ਤਤੀ ਤਵੀ ਤੇ ਬੈਠ ਕੇ ਵੀ ਠੰਡੇ ਰਹਿੰਦੇ ਨੇ, ਕਿਉਂਕਿ ਅਸਲ ਵਿੱਚ ਉਹਨਾਂ ਦੇ ਅੰਦਰ ਨਾਮ ਦੀ ਸ਼ਾਂਤੀ ਹੈ, ਨਾਮ ਦੀ ਠੰਡ ਹੈ। ਜਦੋਂ ਕੱਚੇ ਪਿੱਲਿਆਂ ਨੇ ਕਿਹਾ ਕਿ ਸੀਤਲਾ ਦੀ ਆਰਾਧਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਜਿੱਥੇ ਆਰਾਧਨਾ ਦੀ ਗੱਲ ਹੈ ਉੱਥੇ ਕੇਵਲ ਪਰਮਾਤਮਾ ਦੀ ਆਰਾਧਨਾ ਕਰਾਂਗੇ। ਤੇ ਦੂਸਰੇ ਪਾਸੇ ਜਦੋਂ ਤਨ ਤੇ ਕੋਈ ਰੋਗ ਲੱਗੇ ਤੇ ਸਾਨੂੰ ਸਿਆਣੇ ਵੈਦ, ਸਿਆਣੇ ਡਾਕਟਰ ਦੇ ਕੋਲ ਜਾਣਾ ਚਾਹੀਦਾ। ਜੇ ਗੁਰੂ ਜੋਤ ਦਾ 10 ਪਾਤਸ਼ਾਹੀਆਂ ਦਾ ਤੁਸੀਂ ਇਤਿਹਾਸ ਪੜ੍ਹੋ, ਜਿੱਥੇ ਇਤਿਹਾਸ ਰਬਾਬ ਤੋਂ ਨਗਾਰੇ ਤੱਕ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਾਹਿਬ ਤੱਕ ਹੈ। ਜਿੱਥੇ ਇਹ ਸਫ਼ਰ ਬਾਬਰ ਦੀ ਹਵਾਲਾਤ ਤੋਂ ਲੈ ਕੇ
ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ ਹੈ, ਜਿੱਥੇ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ ਸਫ਼ਰ ਹੈ, ਜਿੱਥੇ ਭਾਈ ਮਰਦਾਨਾ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਹੈ, ਉੱਥੇ ਵੈਦ ਹਰਦਾਸ ਤੋਂ ਲੈ ਕੇ ਵੈਦ ਸੁਜਾਨ ਸਿੰਘ ਤੱਕ ਦਾ ਸਫ਼ਰ ਹੈ। ਸਤਿਗੁਰਾਂ ਨੇ ਜਿੱਥੇ ਕੋੜੀ ਘਰ ਬਣਾਏ, ਦਵਾਖਾਨੇ ਖੋਲੇ, ਔਰ ਲਾਰਜ ਸਕੇਲ ਤੇ ਕੀਰਤਪੁਰ ਸਾਹਿਬ ਦਵਾਖਾਨਾ ਚੱਲਦਾ ਸੀ। ਜਦੋਂ ਸ਼ਾਹਜਹਾਨ ਥੱਕ ਗਿਆ ਨਾ ਵੀ ਪੁੱਤਰ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਕਿਤਿਓਂ ਵੀ ਜੜੀਆਂ ਬੂਟੀਆਂ ਨਾ ਮਿਲੀਆਂ, ਤੇ ਉਹ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਦਵਾਖਾਨੇ ਵਿੱਚੋਂ ਮਿਲੀਆਂ ਸਨ। ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਦਵਾ ਤੇ ਦੁਆ ਦੋਵੇਂ ਇਕੱਠੇ ਹੋ ਜਾਣ ਤੇ ਸੱਚਮੁੱਚ ਫਿਰ ਔਖਦ ਰਾਸ ਆ ਜਾਵੇ ਤੇ ਤਿੰਨੇ ਤਰ੍ਹਾਂ ਦੇ ਤਾਪ ਜਿਹੜੇ ਨੇ ਦੂਰ ਹੋ ਜਾਂਦੇ ਨੇ। ਵੈਦ ਹਰਦਾਸ ਤੇ ਵੈਦ ਸੁਜਾਨ ਸਿੰਘ ਇਹ ਗੁਰੂ ਦੀ ਬਖਸ਼ਿਸ਼ ਹੈ ਵੀ ਆਪਾਂ ਕੱਚੇ ਪਿੱਲਿਆਂ ਕੋਲ ਨਹੀਂ ਜਾਣਾ। ਅੱਜ ਵੀ ਵੇਖੋ, ਜਿੱਡਾ ਸਿਆਣਾ ਮਹਾਂਪੁਰਖ, ਜਿੱਡਾ ਸਿਆਣਾ ਵਿਦਵਾਨ ਹੋਵੇਗਾ ਨਾ, ਉਨਾ ਹੀ ਉਹ ਵਧੀਆ ਹਸਪਤਾਲ ਵਿੱਚ ਜਾ ਕੇ ਚੈੱਕਅਪ ਕਰਾਵੇਗਾ। ਉਹ ਕਦੇ ਨੀਮ ਹਕੀਮ ਖਤਰਾ ਜਾਨ ਇਹਨਾਂ ਕੋਲ ਨਹੀਂ ਜਾਂਦਾ। ਉਹ ਕਹੇਗਾ ਮੈਂ ਲੁਧਿਆਣਾ CMC, ਚੰਡੀਗੜ੍ਹ PGI, ਦਿੱਲੀ ਏਮਜ ਵਰਗੇ, ਅੰਮ੍ਰਿਤਸਰ ਸਕਾਊਟ ਵਰਗੇ ਹਸਪਤਾਲਾਂ ਵਿੱਚ ਇਲਾਜ ਕਰਾਉਣਾ, ਕਿਉਂਕਿ ਸਿਆਣਪ ਇਸੇ ਵਿੱਚ ਹੀ ਹੈ। ਜਿੱਡਾ ਸਿਆਣਾ ਮਹਾਂਪੁਰਖ, ਜਿੱਡਾ ਸਿਆਣਾ ਗਿਆਨੀ, ਜਿੱਡਾ ਸਿਆਣਾ ਵਿਦਵਾਨ, ਉਹਨੇ ਉਹ ਵਧੀਆ ਹਸਪਤਾਲ ਵਿੱਚ ਜਾਵੇਗਾ, ਕਿਉਂਕਿ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਜਿੱਥੇ ਹੋਰ ਰਹਿਮਤਾਂ ਕੀਤੀਆਂ, ਉੱਥੇ ਵੈਦ ਹਰਦਾਸ ਨੂੰ ਤੋਰਿਆ ਸੀ, ਜਾ ਮਨੁੱਖਤਾ ਦੀ ਸੇਵਾ ਕਰ। ਵੈਦ ਸੁਜਾਨ ਸਿੰਘ ਨੂੰ ਤੋਰਿਆ ਸੀ ਵੀ ਜੇ ਗੁਰੂ ਦੇ ਦਰਸ਼ਨ ਇੱਕ ਵੇਲੇ ਨਾ ਵੀ ਹੋਣ ਤੇ ਕਿਸੇ ਰੋਗੀ ਦੀ ਤੂੰ ਬਿਮਾਰੀ ਦੂਰ ਕਰਨ ਵਾਸਤੇ ਉੱਥੇ ਪਹੁੰਚ ਜਾਵੇਂ ਤੇ ਸਮਝ ਲਵੀਂ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਹੈ। ਸਤਿਗੁਰੂ ਨੇ ਏਡੀ ਵੱਡੀ ਕਿਰਪਾ ਕੀਤੀ ਸੀ। ਤੇ ਜਦੋਂ ਮਾਲਕ ਨੇ ਕਿਰਪਾ ਕੀਤੀ, ਬਾਲਕ ਹਰਗੋਬਿੰਦ ਜੀ ਦੇ ਤਨ ਤੇ ਚੜਿਆ ਤਾਪ ਉਤਰਿਆ, ਤੇ ਉਦੋਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁਕਰਾਨਾ ਕੀਤਾ, ਮੇਰਾ ਸਤਿਗੁਰ ਰਖਵਾਲਾ ਹੋਆ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰਗੋਬਿੰਦ ਨਵਾਂ ਨਰੋਆ। ਤੇ ਜਿਹੜਾ ਅਗਲਾ ਬਚਨ ਹੈ ਉਧਰ ਧਿਆਨ ਦਿਓ। ਸਾਹਿਬ ਕਹਿਣ ਲੱਗੇ, ਤਾਪ ਗਿਆ ਪ੍ਰਭ ਆਪ ਮਟਾਇਆ, ਜਨ ਕੀ ਲਾਜ ਰਖਾਈ। ਕਹਿੰਦੇ ਮੇਰੇ ਪੁੱਤਰ ਦਾ ਤਾਪ ਉਤਰਿਆ। ਕਿੰਨੇ ਉਤਾਰਿਆ? ਪਰਮੇਸ਼ਰ ਨੇ ਉਤਾਰਿਆ। ਤੇ ਅਗਲੀ ਗੱਲ ਕਹੀ ਕਿ ਆਪਣੇ ਦਾਸ ਦੀ ਲਾਜ ਰੱਖ ਲਈ। ਲਾਜ ਦਾ ਮਤਲਬ ਕੀ ਹੈ? ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨ ਵਾਲਾ ਹੋਵੇ, ਜੇ ਲੋਕ ਉਹਨੂੰ ਕਹਿਣ ਵੀ ਸੀਤਲਾ ਦੀ ਪੂਜਾ ਕਰ, ਉਹਨੂੰ ਤੇ ਲਾਜ ਲੱਗਦੀ ਹੈ। ਆਪਾਂ ਕਈ ਵਾਰ ਕਹਿੰਦੇ ਆ ਤੈਨੂੰ ਲਾਜ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਆਉਂਦੀ। ਤੇ ਗੁਰਬਾਣੀ ਵਿੱਚ ਜਦੋਂ ਮਾਲਕ ਨੂੰ ਛੱਡ ਕੇ ਕੋਈ ਮੜੀਆਂ ਤੇ ਮੱਥਾ ਟੇਕੇ, ਕੋਈ ਜਠੇਰੇ ਮੱਥਾ ਟੇਕੇ, ਕੋਈ ਅਲਪ ਸ਼ਕਤੀਆਂ ਦੀ ਪੂਜਾ ਕਰੇ, ਕੋਈ ਧਾਗੇ ਤਵੀਤ ਲੈਣ ਜਾਵੇ, ਤੇ ਗੁਰਬਾਣੀ ਵਿੱਚ ਇਹ ਬਚਨ ਕਹੇ ਗਏ, ਰੇ ਜੀ ਨਲਜ ਲਾਜ ਤੋਹੇ ਨਾਹੀ। ਨਲਜ ਦਾ ਅਰਥ ਹੁੰਦਾ ਬਸ਼ਰਮ। ਹੇ ਬਸ਼ਰਮ ਜੀਵ, ਤੈਨੂੰ ਕਿਉਂ ਨਹੀਂ ਲਾਜ ਆਉਂਦੀ? ਰੇ ਜੀ ਨਲਜ ਲਾਜ ਤੋਹੇ ਨਾਹੀ, ਹਰ ਤਜ। ਏਡਾ ਵੱਡਾ ਮਾਲਕ ਛੱਡ ਕੇ ਕਤ ਕਾਹੂ ਕੇ ਜਾਹੀ, ਤੂੰ ਹੋਰ ਥਾਂ ਤੇ ਕਿਉਂ ਜਾਣਾ ਹੈ? ਕਿਉਂਕਿ ਜਾਕੋ ਠਾਕਰ ਉੱਚੋ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਸ਼ਵਾਸ ਵੀ ਜਿੱਥੇ ਤਾਪ ਉਤਰਿਆ, ਮਾਲਕ ਨੇ ਉਤਾਰਿਆ, ਉੱਥੇ ਮੇਰੀ ਲਾਜ ਵੀ ਰੱਖ ਲਈ। ਕਿਉਂਕਿ ਮੈਂ ਅਕਾਲ ਪੁਰਖ ਦਾ ਪੁਜਾਰੀ ਸਾਂ ਤੇ ਕੱਚੇ ਪਿੱਲੇ ਲੋਕ ਕਹਿੰਦੇ ਸਨ ਸੀਤਲਾ ਦੀ ਪੂਜਾ ਕਰੋ। ਲਾਜ ਰੱਖ ਲਈ ਮਾਲਕ ਨੇ। ਤਾਪ ਗਿਆ ਪ੍ਰਭ ਆਪ ਮਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਵਾ ਕੇ ਰਾਮਸਰ ਸਾਹਿਬ ਦੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ। ਗੱਲ ਚੱਲ ਰਹੀ ਸੀ ਬਾਬਾ ਬੁੱਢਾ ਸਾਹਿਬ ਜੀ ਦੀ। ਸਤਿਗੁਰਾਂ ਨੇ ਸੋਚਿਆ ਵੀ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸੇਵਾ ਕੌਣ ਕਰੇਗਾ। ਸਤਿਗੁਰਾਂ ਨੇ ਬੇਦੀ ਕੁੱਲ ਵੱਲ ਧਿਆਨ ਮਾਰਿਆ, ਤੇਹਣ ਕੁੱਲ ਵੱਲ, ਭੱਲੇ ਕੁੱਲ ਵੱਲ, ਸੋਢੀ ਕੁੱਲ ਵੱਲ। ਤੇ ਗੁਰੂ ਅਰਜਨ ਮਹਾਰਾਜ ਇਸ ਨਿਰਣੇ ਤੇ ਪਹੁੰਚੇ
ਵੀ ਇਹਨਾਂ ਸਾਰਿਆਂ ਨੂੰ ਆਪਣੀ ਆਪਣੀ ਕੁੱਲ ਦਾ, ਆਪਣੀ ਆਪਣੀ ਬੰਸ ਦਾ ਹੰਕਾਰ ਹੈ, ਇਹ ਨਹੀਂ ਸੇਵਾ ਕਰ ਸਕਦੇ। ਆ ਵੇਖੋ, ਗੁਰੂ ਕੇ ਗ੍ਰੰਥੀ ਸਾਹਿਬ ਤੋਂ ਕਥਾਵਾਚਕ ਕੀਰਤਨੀਆਂ, ਰਾਗੀ ਸਿੰਘਾਂ, ਢਾਡੀ ਜਥਿਆਂ ਤੋਂ ਬਿਨਾਂ ਕੋਈ ਆਪਣੇ ਨਾਮ ਨਾਲ ਭਾਈ ਸ਼ਬਦ ਲਾਉਂਦਾ? ਜਦੋਂ ਕਿ ਸਤਿਗੁਰਾਂ ਨੇ ਜਿਹਨੂੰ ਸਿੱਖ ਕਿਹਾ ਉਹਨੂੰ ਭਾਈ ਵੀ ਕਿਹਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਭਾਵੇਂ ਜੱਜ ਵੀ ਹੈ, ਡਾਕਟਰ ਵੀ ਹੈ, ਇੰਜੀਨੀਅਰ ਵੀ ਹੈ, ਉਹ ਕਹੇਗਾ ਮੈਨੂੰ ਸਰਦਾਰ ਸਾਹਿਬ ਕਹੋ। ਤੇ ਜੇ ਕਿਤੇ ਤੁਸੀਂ ਕਹੋ ਵੀ ਭਾਈ ਕੁਲਵੰਤ ਸਿੰਘ ਜੱਜ ਆਏ ਆ ਜਾਂ ਭਾਈ ਕੁਲਦੀਪ ਸਿੰਘ ਜੀ ਇੰਜੀਨੀਅਰ ਆਏ ਆ, ਤੇ ਵੇਖਿਓ ਉਹ ਕਿਵੇਂ ਕਲਪਦਾ। ਸਾਹਿਬ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ, ਉਹੀ ਮੇਰਾ ਸਖਾ ਭਾਵ ਫਰੈਂਡ ਹੈ, ਮਿੱਤਰ ਹੈ, ਉਹੀ ਮੇਰਾ ਬੰਧਪ, ਉਹੀ ਮੇਰਾ ਰਿਸ਼ਤੇਦਾਰ ਹੈ, ਉਹੀ ਮੇਰਾ ਭਾਈ। ਭਾਈ ਦਾ ਮਤਲਬ ਹੁੰਦਾ ਹੈ ਭਰਾ। ਇਸੇ ਕਰਕੇ ਭਾਈ ਮਰਦਾਨਾ, ਭਾਈ ਲਾਲੋ, ਇਹਦਾ ਮਤਲਬ ਸੀ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਆਪਣੇ ਭਰਾ ਕਿਹਾ। ਤੇ ਜਾਂ ਜਦੋਂ ਆਤਮਿਕ ਰੂਪ ਦੇ ਵਿੱਚ ਸਤਿਗੁਰੂ ਜੀ ਜਗਿਆਸੂ ਜੀਵ ਰੂਪੀ ਇਸਤਰੀ ਵਿੱਚ ਬਿਆਨ ਕਰਦੇ ਨੇ, ਤੇ ਉੱਥੇ ਫਿਰ ਭੈਣ ਸ਼ਬਦ ਵਰਤਿਆ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਸਭ ਕਹਿੰਦੇ ਮੇਰੇ ਪ੍ਰੀਤਮ ਦੀ ਕੋਈ ਗੱਲ ਸੁਣਾਵੇ, ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ। ਤੇ ਅੱਗੇ ਫਿਰ ਬਚਨ ਕਹੇ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਅੱਗੇ ਸਖੀ ਸ਼ਬਦ ਵਰਤਿਆ। ਸਖਾ ਤੇ ਸਖੀ, ਭੈਣ ਤੇ ਭਰਾ, ਦੋਵੇਂ ਸ਼ਬਦ ਵਰਤੇ ਨੇ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜਦੋਂ ਕੋਈ ਇਸਤਰੀ ਜੁੜੇਗੀ, ਪੁਰਖ ਜੁੜੇਗਾ, ਸਤਿਗੁਰੂ ਜੀ ਸਾਰਿਆਂ ਦਾ ਪਾਰ ਉਤਾਰਾ ਕਰਦੇ ਨੇ। ਇਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਜਿੱਥੇ ਅਸੀਂ ਪਿਤਾ ਕਾਲੂ ਜੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੰਨ ਪਿਤਾ ਪ੍ਰਧਾਨ ਕਹਿੰਦੇ ਆ, ਉੱਥੇ ਸੱਚੀ ਮੁੱਚੀ ਮਾਤਾ ਤ੍ਰਿਪਤਾ ਜੀ ਤੋਂ ਲੈ ਕੇ ਮਾਤਾ ਗੰਗਾ ਜੀ ਤੇ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜੇ ਜਨਮ ਲੈਣ ਵਾਸਤੇ ਮਾਂ ਦੀ ਲੋੜ ਹੈ, ਭਾਵੇਂ ਕੋਈ ਡਾਕਟਰ, ਇੰਜੀਨੀਅਰ, ਜੱਜ, ਸੰਤ, ਬ੍ਰਹਮ ਗਿਆਨੀ, ਚਾਹੇ ਕੋਈ ਪੈਗੰਬਰ, ਚਾਹੇ ਕੋਈ ਦੇਵਤਾ, ਇੱਥੇ ਤੱਕ ਕਿ ਗੁਰੂ ਪਦਵੀ ਤੇ ਵੀ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਨੂੰ ਮਾਂ ਦੀ ਚੋਣ ਕਰਨੀ ਪਈ ਹੈ ਸੰਸਾਰ ਪ੍ਰਗਟ ਹੋਣ ਵਾਸਤੇ। ਤੇ ਫਿਰ ਉਸ ਮਾਂ ਨੂੰ ਏਡਾ ਵੱਡਾ ਸਤਿਕਾਰ ਦਿੱਤਾ। ਸਾਹਿਬ ਕਹਿੰਦੇ ਉਹਨੂੰ ਮਾੜਾ ਨਾ ਕਹੋ, ਜਿਹਦੇ ਪੈਦਾ ਕੀਤੇ ਹੋਏ ਤੁਸੀਂ ਰਾਜੇ ਬਣਦੇ ਹੋ ਤੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹੋ। ਭੱਟ ਸਾਹਿਬਾਨ ਨੇ ਤੇ ਕਮਾਲ ਕਰ ਦਿੱਤੀ, ਕਹਿਣ ਲੱਗੇ ਦੁਨੀਆ ਦੇ ਜਹਾਜ਼ ਕਿਸੇ ਵਿੱਚ 100 ਬੰਦਾ ਬਹਿੰਦਾ, ਕਿਸੇ ਵਿੱਚ 500 ਬਹਿੰਦਾ, ਕਿਸੇ ਵਿੱਚ 1000 ਬਹਿੰਦਾ ਹੈ ਨਾ, ਪਰ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਐਸੇ ਜਹਾਜ਼ ਨੇ ਜਿਹਦੇ ਕੋਈ ਲਿਮਟ ਨਹੀਂ। ਭੱਟ ਸਾਹਿਬਾਨ ਕਹਿੰਦੇ ਜੇ ਸਾਰੀ ਦੁਨੀਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਪਦੇਸ਼ ਨੂੰ ਧਾਰਨ ਕਰੇ ਤੇ ਗੁਰੂ ਅਰਜਨ ਦੇਵ ਰੂਪੀ ਜਹਾਜ਼ ਸਾਰੀ ਦੁਨੀਆ ਨੂੰ ਪਾਰ ਕਰਨ ਦੀ ਸਮਰੱਥਾ ਰੱਖਦਾ। ਕੁੱਲ ਦੁਨੀਆ ਨੂੰ ਕੋਈ ਵੀ ਆ ਕੇ ਗੁਰੂ ਅਰਜਨ ਦੇਵ ਜੀ ਨਾਲ ਜੁੜ ਜੇ ਤੇ ਬੇਨਤੀ ਕਰੇ, ਫਿਰ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਇੱਕ ਖਿਨ ਦੇ ਵਿੱਚ ਵੱਡੇ ਤੋਂ ਵੱਡੇ ਸਾਗਰ ਜਿਹੜੇ ਨੇ ਉਹ ਪਾਰ ਹੋ ਜਾਂਦੇ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਵਰਦੀ ਹੈ। ਸਤਿਗੁਰੂ ਜੀ ਨੇ ਜਦੋਂ ਧਿਆਨ ਮਾਰਿਆ, ਸਤਿਗੁਰ ਹਿਰਦੈ ਵਿਚਾਰਨ ਧਰੈ, ਟਹਿਲ ਗ੍ਰੰਥ ਸਾਹਿਬ ਕੀ ਕੌਣ ਕਰੈ। ਬੇਦੀ ਭੱਲੇ ਤੇਹਣ ਬੰਸ, ਸੋਢੀ ਜੇ ਕੁਲ ਕੇ ਅਵਤੰਸ। ਨਿਜ ਨਿਜ ਕੁਲ ਕੋ ਇਨਕੇ ਹੰਕਾਰਾ, ਕਰ ਨਾ ਸਕੇ ਇਹ ਸੇਵ ਉਧਾਰਾ। ਸਾਹਿਬ ਕਹਿੰਦੇ ਇਹ ਨਹੀਂ ਸੇਵਾ ਕਰ ਸਕਦੇ ਵੀ ਜਿਹੜਾ ਕਹਿੰਦਾ ਮੈਨੂੰ ਤੁਸੀਂ ਥਾਣੇਦਾਰ ਸਾਹਿਬ ਕਹੋ, ਮੈਨੂੰ ਇੰਜੀਨੀਅਰ ਸਾਹਿਬ ਕਹੋ, ਮੈਨੂੰ ਸਰਦਾਰ ਸਾਹਿਬ ਕਹੋ, ਮੈਨੂੰ ਭਾਈ ਥੋੜਾ ਕਹਿਣਾ। ਤੇ ਜਦੋਂ ਭਾਈ ਕਾਨ ਸਿੰਘ ਨਾਭਾ ਨੂੰ ਪਤਾ ਲੱਗਦਾ ਵੀ ਭਾਈ ਦੀ ਕਿੰਨੀ ਵੈਲਿਊ ਹੈ, ਤੇ ਉਹ ਪੰਥ ਕੋਲੋਂ ਮੰਗ ਕੇ ਲੈਂਦਾ ਵੀ ਮੈਨੂੰ ਭਾਈ ਦੀ ਪਦਵੀ ਨਾਲ ਨਵਾਜੋ। ਇਸੇ ਕਰਕੇ ਭਾਈ ਕਾਨ ਸਿੰਘ ਜੀ ਨਾਭਾ ਸਾਹਿਬ ਕਹਿਣ ਲੱਗੇ ਇਹ ਨਹੀਂ ਸੇਵਾ ਕਰ ਸਕਦੇ
ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਨ ਨੀਵਾ। ਤੇ ਉਹ ਬਾਬਾ ਬੁੱਢਾ ਸਾਹਿਬ ਜੀ ਸਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਸੇਵਾ ਬਖਸ਼ਿਸ਼ ਕਰਨੀ ਸੀ। ਉਸ ਵੇਲੇ ਵੀ ਜ਼ਿਕਰ ਆਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀ ਪਰਮੇਸ਼ਰ ਕਾ ਥਾਨ ਰੂਪ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸੁਸ਼ੋਭਿਤ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚੌਰ ਸਾਹਿਬ ਦੀ ਸੇਵਾ ਕਰਦੇ, ਸੰਗਤ ਨਾਲ ਸ਼ਬਦ ਪੜ੍ਹਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾ ਰਹੀ ਹੈ ਤੇ ਬਾਲਕ ਹਰਗੋਬਿੰਦ ਜੀ ਉਹ ਸੰਗਤ ਦੇ ਵਿੱਚ ਸ਼ਾਮਲ ਨੇ, ਤਾਂ ਕਿ ਰਾਮਸਰ ਸਾਹਿਬ ਤੋਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ ਤੇ ਸਾਰੀ ਸੰਗਤ ਨੂੰ ਇਸ ਗੱਲ ਦਾ ਬੋਧ ਹੋ ਸਕੇ। ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸੱਚ ਸਮੁੱਚੀ ਮਾਨਵਤਾ ਨੂੰ ਇੱਕ ਸਰਬ ਸਾਂਝੇ ਰੱਬ ਦਾ ਨੂਰ ਦੱਸਣਾ, ਜਾਤ ਪਾਤ ਵਰਨ ਵੰਡ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਗੁਰੂ ਘਰ ਦੇ ਵਿੱਚ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਸ ਸੱਚ ਦੀ ਆਵਾਜ਼ ਨਾਲ ਉਹ ਲੋਕ ਟਕਰਾਏ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵਈ। ਇਸ ਸੱਚ ਦੀ ਆਵਾਜ਼ ਨੂੰ ਕਦੇ ਬਾਬਰ ਨੇ ਹਵਾਲਾਤ ਵਿੱਚ ਬੰਦ ਕੀਤਾ, ਕਦੇ ਔਰੰਗਜ਼ੇਬ ਨੇ ਚਾਂਦਨੀ ਚੌਂਕ ਵਿੱਚ ਦੋ ਟੁਕੜੇ ਕੀਤਾ, ਕਦੇ ਸੂਬਾ ਸਰਹੰਦ ਨੇ ਠੰਡੇ ਬੁਰਜ ਵਿੱਚ ਕੈਦ ਰੱਖਿਆ, ਕਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣਿਆ। ਤੇ ਇਸੇ ਲੜੀ ਦੇ ਦੌਰਾਨ ਜਹਾਂਗੀਰ ਬਾਦਸ਼ਾਹ ਜਿਹੜਾ ਸੀ ਉਹਨੇ ਸੱਚ ਨੂੰ ਤੱਤੀ ਤਵੀ ਤੇ ਬਿਠਾਇਆ, ਦੇਗ ਵਿੱਚ ਉਬਾਲਿਆ, ਸੀਸ ਵਿੱਚ ਰੇਤਾ ਪਵਾਈ, ਪਰ ਸੱਚ ਹਰ ਵਾਰ ਜਿੱਤਦਾ ਰਿਹਾ ਤੇ ਕੂੜ ਨਿਖੁੱਟਦਾ ਰਿਹਾ, ਸ਼ਰਮਸ਼ਾਰ ਹੁੰਦਾ ਰਿਹਾ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਲਾਹੌਰ ਵੱਲ ਤੁਰ ਲੱਗੇ ਸਨ, ਉਹਨਾਂ ਨੂੰ ਪਤਾ ਸੀ ਜੋ ਕੁਝ ਲਾਹੌਰ ਵਿਖੇ ਵਾਪਰਨਾ ਸੀ। ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਜਿਨ੍ਹਾਂ ਦੀ ਉਮਰ ਉਸ ਵੇਲੇ 11 ਸਾਲ ਦੀ ਸੀ। 1595 ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ 1606 ਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਵਰਗੇ ਸਿੱਖਾਂ ਨੂੰ ਆਵਾਜ਼ ਮਾਰ ਕੇ ਸਮਝਾਉਂਦੇ ਨੇ ਵੀ ਅਸੀਂ ਲਾਹੌਰ ਚੱਲੇ ਆਂ। ਜਹਾਂਗੀਰ ਨੇ ਸ਼ੇਖ ਅਹਿਮਦ ਸਰਹੰਦੀ, ਸ਼ੇਖ ਬੁਖਾਰੀ, ਚੰਦੂ ਵਰਗੇ, ਕਾਨੇ ਵਰਗੇ ਕਵੀ ਤੇ ਖਾਸ ਕਰਕੇ ਬਾਬੇ ਪ੍ਰਿਥੀ ਚੰਦ ਦੀ ਵਿਰੋਧਤਾ, ਖੁਸਰੋ ਦੀ ਬਗਾਵਤ ਤੇ ਜਹਾਂਗੀਰ ਦੀ ਆਪਣੀ ਮੁਤਸਬੀ ਕੱਟੜ ਨੀਤੀ ਇਹ ਕਾਰਨ ਬਣੇਗੀ ਕਿ ਉਹਨਾਂ ਨੇ ਸਾਡੇ ਨਾਲ ਜੋ ਕੁਝ ਕਰਨਾ ਹੈ। ਸਾਹਿਬ ਕਹਿਣ ਲੱਗੇ ਸਾਡੇ ਤੋਂ ਬਾਅਦ ਹੁਣ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਨੂੰ ਕਬੂਲਣਾ ਹੈ। ਸਮੇਂ ਨੂੰ ਵਿਚਾਰਦਿਆਂ ਜੇ ਕੁਝ ਸਮਾਂ ਮਾਝੇ ਦੀ ਧਰਤੀ ਛੱਡ ਕੇ ਤੁਹਾਨੂੰ ਦੁਆਬੇ ਵੱਲ ਜਾਣਾ ਪਵੇ ਤੇ ਚਲੇ ਜਾਣਾ। ਔਰ ਇਹ ਵੀ ਕਹਿ ਕੇ ਗਏ ਕਿ ਜੇ ਸਾਡੇ ਤੋਂ ਬਾਅਦ ਜ਼ੁਲਮ ਵਿੱਚ ਕੋਈ ਫਰਕ ਨਾ ਪਿਆ ਤੇ ਫਿਰ ਅੱਗੇ ਤੋਂ ਸ਼ਾਂਤਮਈ ਸ਼ਹਾਦਤ ਇਸੇ ਤਰ੍ਹਾਂ ਹੋਵੇਗੀ ਜਿਵੇਂ ਖੂਨ ਖਾਰ ਕਿਸੇ ਦਰੰਦੇ ਮਾਰੂ ਜੰਗਲੀ ਜਾਨਵਰ ਦੇ ਅੱਗੇ ਲੰਮਾ ਪੈ ਕੇ ਕਹਿਣਾ ਵੀ ਤੂੰ ਮੈਨੂੰ ਨਾ ਖਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਭਵਿੱਖ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਣਨੀਤੀ ਧਾਰਨ ਕਰਨੀ ਸੀ ਉਹਦੇ ਬਾਰੇ ਸਭ ਕੁਝ ਸਮਝਾ ਕੇ ਤੁਰੇ ਸਨ। ਸਾਡਾ ਇਤਿਹਾਸ ਕਹਿੰਦਾ ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ। ਹੁਣ ਵੇਖੋ ਸੀਸ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਟਿਆ ਗਿਆ, ਪਰ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠਣ ਨੂੰ, ਦੇਗ ਵਿੱਚ ਉਬਲ ਨੂੰ, ਸੀਸ ਵਿੱਚ ਰੇਤਾ ਪਵਾਉਣ ਨੂੰ ਕਹਿ ਰਹੇ ਨੇ ਸਾਡਾ ਸਿਰ ਲੱਗਣਾ ਹੈ। ਔਰ ਧਰਮ ਦੀ ਖਾਤਰ ਜਿੰਨੀਆਂ ਵੀ ਸ਼ਹਾਦਤਾਂ ਹੁੰਦੀਆਂ ਉਹਨੂੰ ਇਹ ਕਿਹਾ ਜਾਂਦਾ ਹੈ ਵੀ ਧਰਮ ਹੇਤ ਸਿਰ ਲੱਗੇ ਨੇ, ਸਿਰ ਦੇ ਕੇ ਧਰਮ ਬਚਦਾ। ਭਾਵੇਂ ਉਹ ਸਿਰ ਧੜਾ ਨਾਲ ਵੀ ਜੁੜੇ ਰਹਿਣ ਚਾਹੇ ਕੱਟੇ ਰਹਿਣ, ਉਹ ਸਿਰ ਦਿੱਤੇ ਜਾਂਦੇ ਨੇ। ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ। ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ।
छुटेगा शरीर संसार नहीं कोए, रजाए खुदावंदी इसे तरह होए। धन गुरु अर्जन महाराज जदों लाहौर की तत्ती तवी ते बैठे ने, सीस विच रेता चंदू पा रहा, देग विच उबाल रहे ने, उस वेले लाहौर का जिहड़ा सूबेदार सी शेख फरीद बुखारी, जिन्हों मुर्तजा खां कहा जाता है, और खास करके जे इत्थे माझे की संगत बैठी होवे ते भुल के भी कदे शेख फतेह दे दुध जां खीर लैके ना जाओ, क्योंकि शेख अहमद सरहंदी, शेख फता ते शेख बुखारी, ये सारी जुंडली ने रल के गुरु अर्जन देव जी नूं शहीद करवाया। आपां भी दुध ते लवेरा इत्थे आके मंगना है, गऊ भैंस मंगो लवेरी, एक ताजन तुरी चंगेरी, इत्थे आके कहना है दूध पूत को दवैया, होर थावां ते नहीं भटकना। ते जे लोड़ पई ते तरन ताਰਨ गुरु के लंगरां विच खीर ते दुध भेट करो ते जाके अरदास करो, धन गुरु अर्जन देव महाराज असीं काले रंग की चाह तां पी लवांगे, पर उस शेख फतेह दे दुध लैके जां खीर लैके नहीं जावांगे जिस जुंडली ने तुहानूं शहीद कीता। ये शेख अहमद सरहंदी, शेख बुखारी ते शेख फता, ये सारे रले हुए सन। इधर क्योंकि जिथे बाबर कियां ने, जहांगीर, औरंगजेब ने, सूबा सरहंद ने जुल्म कीते, उत्थे भारत दे रहन वाले खतरी भी शामिल ने। खतरियां तां धर्म छोड़िया, मलेश भाखिया गई, सृष्ट सब एक वर्ण होई, धर्म की गत रही। ते ओ खतरी कदे चंदू है, कदे भगवान दास घेरड़ है, कदे ओ सुचानंद है, ते कदे लखपत राए, कदे जसपत राए, ते कदे मौजूदा समय दे विच जिहड़ा 84 दे विच दौर चलिया सी, उदों भी पुलिस का एक अधिकारी कहता सी ये धर्म एक खतरी ने शुरू किया ते एक खतरी खत्म करेगा, पर उन्होंने ये पता नहीं भी तेरे वर्गे खतरी लखां इस धर्म नूं खत्म करने वाले दुनिया तो मुक गए ने। मैनूं किसी कवि दे बोल चेते आ रहे ने कि पहाड़ी राजे कद दे उजड़ गए, आनंदपुर रोज नगारा वजदा ए। अज पहाड़ी राजे दिखाई नहीं दिंदे, पर आनंदपुर साहब वसदा, रौनकां लगियां ते सदा नगारा वजदा, क्योंकि जिन्हां 52 राजियां नूं गुरु हरगोबिंद साहब ने रिहा करवाया सी, उन्हां ने भी गुरु घर दे उपर हमले कीते, ताने मिहणे दिंदे रहे गुरु गोबिंद सिंह महाराज नूं। भीम चंद वर्गे कई तरह दियां उन्हां ने साजिशां रचियां, आनंदपुर साहब दा किला छड्डण तक कह दिता। ये खतरी भी शामिल ने। जदों सतगुरु गुरु अर्जन देव महाराज लाहौर की तत्ती तवी ते बैठे ने, ते मुर्तजा खां आया, शेख फरीद बुखारी, आके कहन लगा भी तुसीं कहंदे सी गुरु नानक साहब दे घर की आवाज़ बड़ी बुलंद है, सच की बाणी नानक आखै, सच सुनाए सी सच की बेला। पर अज इंज नहीं लग रहा भी जिवें चंदू दियां जिहड़ी हवेली दियां कंधां ने, असीं तुहाडी सच की आवाज़ नूं इन्हां कंधां दे विच कैद कर लिया। आ जिहड़ियां अग दीयां लपटां ने, इहदे विच सच की आवाज़ खमोश कर दित्ती। ते गुरु अर्जन देव महाराज कहण लगे इहदे विच कोई अत कथनी नहीं, तुसीं सचियार नूं मेट सकदे हो पर सच नूं नहीं, तुसीं आवाज़ नूं दबा सकदे हो पर इहदे तो बाद जिहड़ा इनकलाब आउणा है उहनूं नहीं। गुरु अर्जन देव महाराज ने मुर्तजा खां नूं जो किया, किसी लिखारी ने लिखिया, साहब कहण लगे मेरी सदा को दबाना तो मुमकिन है। 10 पातशाहियां दे पावन शरीर, पावन स्वरूप बाबर ने हवालात विच बंद कीते, जहांगीर ने तती तवी ते बिठाए, औरंगजेब ने धड़ नालों सीस जुदा कर दिता। भी गुरु दे स्वरूप ते ये कुछ तुसीं कर सकदे हो, पर इहदे नाल सच नूं ना कैद कर सकदे हो, ना सच नूं साड़ सकदे हो, ना सच 2 टुकड़े होवेगा, ते ना सच कंधां विच चिणिया जा सकदा, क्योंकि साहिबजादियां ने कहा सी सच को मिटाओगे तो मिटोगे जहान से, डरता नहीं अकाल शहनशाह की शान से, कह रहे हैं हम तुझको खुदा की जुबान से। जदों धन गुरु अर्जन देव महाराज ने बोल के किसी खाली के साहब कहने लगी सदा को दाना तो मुमकिन है, लेकिन बदते की फतार कौन रोकेगा, बंद है लेकिन हयात की ललकार कौन रोकेगा, मेरे ख्यालों की परवाज रोकने वालों
वो बिंद तलवार रोकेगा। सतगुरु गुरु अर्जन देव महाराज ने बचन कहे सन कि पुत्र ने जिवें जिवें साडा मेज तत्ती तुसीं बिठा यतन करना है ना कि शरीर चों बाहर निकले, शरीर विच साले पैण, तिवें तिवें फुलाद बन के गुरु हरगोबिंद साहिब दे तांते तलवारां मीरी ते पीरी दा रूप बन के आउणगीआं। गुरु हरगोबिंद साहिब महाराज जिन्हां ने धन गुरु अर्जन देव महाराज की शहादत के कारनां नूं घोखिया, श्री अकाल तख्त साहिब जी की सिरजना की, 2200 घोड़सवार सैनिक रखे, गुरबाणी पाठ कीर्तन ते कथा दे नाल नाल भाई विधि चंद नूं हुक्म कीता, जाओ सुर सिंह नगर तो ढाडी नत्था ते अब्दुल्ला नूं सद के बड़े सत्कार सहित हाथी ते बिठा के लैके आओ। बड़े अदब सत्कार सहित 2 ढाडी बुलाए ते उन्हां नूं कहा कि अज तो बाद हुण तुसीं ढाडी वारां दा गायन करना है। कि जदों सतगुरु गुरु हरगोबिंद साहिब महाराज जी दे हजूर दरबार सजदे ते उत्थे इन्हां दोवां ढाडियां ने जिक्र भी कीता, सच्चा तख्त सुहायो श्री गुर पाए कै, शब बरनी ना जाए कहों क्या गाए कै, रव सस भये मलीन सो दरस दिखाए कै, श्री गुर तख्त बराजे प्रभु ध्याए कै, मीर नत्था ओ अब्दुल्ला जस कयो बनाए कै। ते अगे फिर जस वडियाई तुरदी है, 2 तलवारी बधियां, एक मीरी दी, एक पीर दी, एक अजमन दी, एक राज दी। ते जेड़ा बार बार सरंगी दे उपर गज फेर के जिन्हों बार बार जिस तुक नूं गाया जांदा सी, उस तुक दे विच जिक्र सी कि समय दा बादशाह जहांगीर ओदा भी तखत है, ओदे सिर ते भी पग है, ओदे गल विच भी तलवार है। पर हे गुरु हरगोबिंद साहिब, श्री अकाल तख्त साहिब दे सामने, तुहाडी सोहनी पग दस्तार दे सामने, तुहाडियां मीरी पीरी दियां तलवारां दे सामने, जहांगीर दी पग, जहांगीर दा तखत ते जहांगीर दियां तलवारां की है। जेड़ा बार बार वो रिपीट करदे सी, गज फिरदा सरंगी ते उच्ची नाल आवाज आउंदी, पग तेरी की जहांगीर दी। एडा वड्डा इनकलाब कि सतगुरु गुरु हरगोबिंद साहिब महाराज जी ने बीरस भरियां तकरीरां कीतियां। अज तो बाद सानू अपनियां जवानियां भेंट करो, वधिया हाथी घोड़े जंगी समान लिया के भेंट करोगे तो असीं वधेरे खुश होवांगे। कहंदे इक्को समय 500 के करीब जिहड़े गुरसिख सन उन्हां ने अपना आप समर्पित किया ते बेनती की, पातशाह 6 महीनों बाद एक पोशाक ते 2 वक्त का रुखा मिसा प्रशादा, अज तो बाद असीं तुहानूं छड्ड के जाना किते नहीं, भावें ये तन दे ठीकरे हत्थां विच झाड़ू पकड़ा के सेवा लई ला दो, बाणी पढ़नी ला दो, ते चाहे मैदाने जंग विच भेज दिओ, अज तो बाद असीं तुहानूं पूर्ण तौर ते अपना आप समर्पित कर दिता है। जे किसी ने कहा असीं गिणती विच थोड़े हाँ, ते गुरु हरगोबिंद साहिब पातशाह ने कहा, वेखो मासिस दी एक निकी जी तीली जंगलों के जंगल साड़ के तबाह कर दिंदी है। वेखो पहाड़ों विचों पानी झरने के रूप में निकलता है, जदों आबशार का रूप धारण करता है, तो वड्डियां वड्डियां चट्टानां भी जदों रुकावट बन ते उन्हां नूं रोड़ के दरिया का रूप धारण कर जाता है। तुसीं तां वो जिन्हां दे शांतमई हिरदियां नूं तत्ती तवी ते बिठाया गया, देग विच उबालिया गया। सतगुरु गुरु हरगोबिंद साहिब महाराज जी ने जदों सिखां नूं शस्त्र विद्या, घोड़ सवारी, शिकार खेडण ते नाल नाल ढाडी वारां दी सिखलाई दित्ती, ते जिहड़े कच्चे पिल्ले सन उन्हां विचों कईयां ने तर्क करना भी शुरू कर दिता। भाई गुरदास जी ने वो सुनिया भी गुरु हरगोबिंद साहिब बारे कच्चे पिल्ले की कहिंदे ने ते पहलियां 5 पातशाहियां बारे की कहिंदे ने, वो सारा जिक्र करके फिर भाई गुरदास जी ने उहदा उत्तर भी दिता है। वो कच्चे पिल्ले लोग कह रहे सन भी पहलां असीं सुनिया भी 5 पातशाहियां धर्मशाला विच बैठदियां सन ते आ 6वां गुरु एक जगह ते टेक के बहिंदा ही कोई नहीं। पहलां संगतां दर्शन करन आउंदियां सन, हुण पुछीदा ते कहिंदे ने गुरसिखां नूं नाल लै के सतगुरु शिकार खेडण गए ने। पहलां मंजी साहब बैठ के पाठ कीर्तन ते कथा कराई जांदी सी, हुण सुनिया कि नाल दी नाल ढाडी वारां दा आगाज करवाया गया।
ਪਹਿਲਾਂ ਕੇਵਲ ਗੁਰੂ ਘਰ ਵੇ ਸੇਵਕ ਰਹਿੰਦੇ ਸਨ, ਹੁਣ ਪੈਂਦੇ ਖਾਂ ਵਰਗੇ ਜਿਹੜੇ ਵੇਖੋ ਬਾਅਦ ਦੇ ਵਿੱਚ ਨਮਕ ਹਰਾਮੀ ਵੀ ਬਣਦੇ ਨੇ, ਦੁਸ਼ਟ ਬਣ ਕੇ ਗੁਰੂ ਘਰ ਤੇ ਹਮਲਾ ਵੀ ਕਰਦੇ ਨੇ। ਕਈਆਂ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਵਰਗਿਆਂ ਨੂੰ ਵੀ ਰੱਖਣਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਜੀ ਨੇ ਜਦੋਂ ਇਹ ਸੁਣਿਆ ਤੇ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਕਿ ਉਹ ਲੋਕ ਕਹਿ ਰਹੇ ਸਨ, ਧਰਮਸ਼ਾਲ ਕਰ ਬਹੀ ਦਾ ਇਕਤ ਥਾਂ ਨਾ ਟਿਕੈ ਟਿਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮੈਲ ਨਾ ਪਾਵਦੀ ਨੱਠਾ ਫਿਰੇ ਨਾ ਡਰੈ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਲਾਇਆ। ਇਹ ਸਾਰਾ ਕੁਝ ਸੁਣ ਕੇ ਭਾਈ ਗੁਰਦਾਸ ਜੀ ਕਹਿੰਦੇ, ਦੁਨੀਆ ਦੇ ਲੋਕੋ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਜੋ ਵੀਰ ਰਸ ਵਾਲਾ ਰੂਪ ਧਾਰਨ ਕੀਤਾ, ਇਹ ਗੁਰੂ ਅਰਜਨ ਦੇਵ ਜੀ ਸਿੱਖਿਆ ਦੇ ਗਏ ਸਨ। ਤੁਸੀਂ ਸਮਝ ਨਹੀਂ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਬਾਬਰ ਬਾਣੀ ਦੇ ਪ੍ਰਥਾਏ ਸ਼ਬਦ ਉਚਾਰਨ ਕੀਤੇ, ਉਹਨੂੰ ਪੜੋ। ਉਹਦੇ ਜ਼ਿਕਰ ਕੀਤਾ ਕਿ ਅਗਲਾ ਮੀਰ ਹੈ, ਉਹ ਜੋ ਕਰਦਾ ਲੋਕਾਂ ਦੇ ਰਾਹ ਸ਼ਰੀਰਾਂ ਨੂੰ ਉਹ ਕੁੱਤਿਆਂ ਵਾਂਗ ਰੁੰਦਾ ਹੈ, ਤੇ ਐਮਨਾ ਕੇਵਲ ਪੀਰਾਂ ਤੇ ਭਰੋਸਾ ਦਿੰਦੇ ਤੇ ਉਹਨਾਂ ਨੇ ਕੁੱਟ ਖਾਧੀ ਹੈ, ਉਹਨਾਂ ਨੂੰ ਰੋਇਆ ਗਿਆ। ਅਕਾ ਪੀਰ ਅਕਲਾ ਮੀਰ ਦੋਵੇਂ ਇੱਕ ਅਧੂਰੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਰਾਜ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਪੀਰੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਸੰਤ ਸਿਪਾਹੀ ਕਿਹਾ ਗਿਆ। ਗੁਰੂ ਨਾਨਕ ਸਾਹਿਬ ਜੀ ਬਾਰੇ ਭੱਟ ਸਾਹਿਬਾਨ ਦੇ ਬਚਨ ਨੇ, ਕਬ ਕੱਲ ਸੁਜਸ ਗਾਵੋਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਸਭ ਕਹਿਣ ਲੱਗੇ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਦਾ ਕਿਨੈ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ। ਜਿਹੜੇ ਕੇਵਲ ਪੀਰਾਂ ਤੇ ਭਰੋਸਾ ਰੱਖਦੇ ਸਨ ਵੀ ਪੀਰ ਫੂਕਾਂ ਮਾਰਨਗੇ, ਮੰਤਰ ਪੜਨਗੇ, ਮੀਰ ਬਾਦਸ਼ਾਹ ਦੀ ਬਾਬਰ ਦੀ ਫੌਜ ਲੰਗੜੀ ਹੋ ਜਾਏਗੀ, ਅਸੀਂ ਅੱਗ ਲਾ ਦੇਾਂਗੇ, ਪਰ ਕਿਸੇ ਤੋਂ ਕੁਝ ਨਹੀਂ ਹੋਇਆ। ਬਾਬਰ ਮੀਰ ਬਣ ਕੇ ਆਇਆ, ਉਹਨੇ ਪਾਪ ਦੀ ਜੰਜ ਦਾ ਲਾੜਾ ਬਣ ਕੇ ਰਤਨ ਵਗਾੜ ਵਗੋਏ, ਕੁੱਤੀ ਮੋਇਆ ਸਾਰ ਨਾ ਕਾਈ, ਲੋਕਾਂ ਦੀ ਇੰਨੀ ਦੁਰਦਸ਼ਾ ਕਰ ਦਿੱਤੀ ਕਿ ਜਿਹੜੇ ਰਤਨ ਵਰਗੇ ਜੀਵਨ ਸਨ ਕੁੱਤਿਆਂ ਵਾਂਗ ਰੋਲ ਦਿੱਤੇ। ਇਕੱਲਾ ਮੀਰ ਵੀ ਖਤਰਨਾਕ ਹੈ, ਤੇ ਜਿਹੜਾ ਇਕੱਲਾ ਪੀਰੀ ਤੇ ਭਰੋਸਾ ਰੱਖੀ ਬੈਠਾ ਉਹ ਫਿਰ ਮੁਕਾਬਲਾ ਨਹੀਂ ਕਰ ਸਕਦਾ ਮੀਰ ਦਾ। ਸਾਹਿਬ ਕਹਿਣ ਲੱਗੇ, ਛੇਵੇਂ ਜਾਮੇ ਦੇ ਵਿੱਚ ਆ ਕੇ ਮੀਰੀ ਤੇ ਪੀਰੀ ਨੂੰ ਇੱਕ ਥਾਂ ਕੀਤਾ ਗਿਆ, ਤੇ ਜਦੋਂ ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ, ਜੇ ਕਿਸੇ ਬੰਦੇ ਨੂੰ ਲੱਗੀ ਹੋਵੇ ਪਿਆਸ, ਉਹ ਜੰਗਲ ਵਿੱਚ ਤੁਰਿਆ ਜਾਂਦਾ ਹੋਵੇ, ਅੱਗੇ ਹੋਵੇ ਇੱਕ ਖੂਹ ਦੇ ਕੋਲ ਪਈ ਹੋਵੇ ਬਾਲਟੀ ਰੱਸਾ, ਤੇ ਉਹ ਬੰਦਾ ਖੂਹ ਨੂੰ ਮੱਥਾ ਟੇਕੀ ਜਾਵੇ, ਹੱਥ ਜੋੜ ਕੇ ਕਹੀ ਜਾਵੇ, ਬਾਲਟੀ ਜੀ ਰੱਸਾ ਜੀ ਮੈਨੂੰ ਪਾਣੀ ਪੀਣ ਨੂੰ ਦੇ ਦਿਓ। ਕਹਿੰਦੇ ਉਹ ਐਵੇਂ ਪਾਣੀ ਪੀਣ ਨੂੰ ਨਹੀਂ ਮਿਲਦਾ, ਉੱਥੇ ਤਾਂ ਬਾਲਟੀ ਦੇ ਗਲ ਨੂੰ ਰੱਸਾ ਬੰਨ੍ਹ ਕੇ ਉਹਨੂੰ ਖੂਹ ਵਿੱਚ ਲਮਕਾਉਣਾ ਪੈਂਦਾ ਤੇ ਫਿਰ ਪਾਣੀ ਕੱਢ ਕੇ ਪੀਦਾ। ਜ਼ਰੀਲਾ ਸੱਪ ਹੋਵੇ, ਉਹਦੇ ਸਿਰ ਵਿੱਚ ਹੋਵੇ ਮਣੀ, ਤੇ ਆਪਾਂ ਹੱਥ ਜੋੜ ਕੇ ਕਹੀਏ ਵੀ ਮਣੀ ਦੇ ਦੇ, ਨਹੀਂ, ਉਹਦਾ ਸਿਰ ਭੰਨ ਕੇ ਮਣੀ ਕੱਢੀ ਦੀ ਹੈ। ਆ ਤਿਲਾਂ ਨੂੰ ਪੀੜ ਕੇ ਤੇਲ ਕੱਢੀਦਾ। ਭਾਈ ਗੁਰਦਾਸ ਜੀ ਕਹਿੰਦੇ, ਜੇ ਨਾਰੀਅਲ ਦੀ ਗਰੀ ਖਾਣੀ ਹੋਵੇ ਤੇ ਉਹਦਾ ਮੂੰਹ ਭੰਨਣਾ ਪੈਂਦਾ। ਇਹ ਸਾਰੀਆਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ, ਲੋਹੇ ਨੂੰ ਸਿੱਧਾ ਕਰ ਦਿਓ ਵਦਾਨ ਦੀਆਂ ਸੱਟਾਂ ਮਾਰ ਕੇ, ਤੇ ਜਿਹੜੇ ਜ਼ਾਲਮ ਬੇਮੁਖ ਦੁਸ਼ਟ ਹੋਣ ਉਹਨਾਂ ਨੂੰ ਸਿੱਧਿਆਂ ਕਰਨ ਵਾਸਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੂਪ ਧਾਰਨ ਕੀਤਾ। ਭਾਈ ਸਾਹਿਬ ਨੇ ਬਚਨ ਕਹੇ ਸਨ, ਜਿਉਂ ਕਰ ਖੂਹੋਂ ਨਿਕਲੈ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸ ਦੋਏ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੇ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਬੇਮੁਖਾਂ ਲੋਹਾ ਸਾਧੀਆ ਵਗਦੀ ਵਾਧਾਣੀ। ਗੁਰੂ ਕੇ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਪਹੁੰਚ ਕੇ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਧਰਮ ਜੰਗਾਂ ਲੜੀਆਂ। ਇਹ ਦੱਸ ਦਿੱਤਾ ਕਿ 5ਵੇਂ ਜਾਮੇ ਵਿੱਚ ਅਸੀਂ ਸ਼ਾਂਤੀ ਦੀ ਹੱਦ ਵਿਖਾਈ ਹੈ। ਲੋਕੀ ਸ਼ਾਂਤੀ ਦੀ ਗੱਲ ਕਰਦੇ ਆ, ਕਹਿੰਦੇ ਨੇ ਪੀਸ, ਸ਼ਾਂਤੀ ਚਾਹੀਦੀ ਹੈ, ਪਰ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੀ ਹੱਦ ਨੇ, ਸੀਮਾ ਨੇ। ਕਦੇ ਕੋਈ ਇਸ ਸ਼ਾਂਤੀ ਨੂੰ ਬੁੱਝਦਿਲੀ, ਕਾਇਰਤਾ ਜਾਂ ਕਮਜ਼ੋਰੀ ਨਾ ਸਮਝ ਲਵੇ। ਫਿਰ 6ਵੇਂ ਪਾਤਸ਼ਾਹ ਨੇ ਬਹਾਦਰੀ ਦੀ ਹੱਦ ਵਿਖਾਈ ਆ, ਜਿਨ੍ਹਾਂ ਦਾ 6 ਫੁੱਟ ਲੰਮਾ ਕੱਦ, ਬਾਹਾਂ ਗੋਡਿਆਂ ਤੋਂ ਲੰਮੀਆਂ, ਛਾਤੀ ਚੌੜੀ,
4 ਮਣ ਪੱਕਾ ਭਾਰ ਤੇ 2 ਘੋੜਿਆਂ ਤੇ ਸਤਿਗੁਰੂ ਸਵਾਰੀ ਕਰਦੇ ਸਨ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ। 4 ਧਰਮ ਯੁੱਧ ਲੜੇ। ਪਹਿਲੇ ਵਿੱਚ ਵੇਖੋ ਮੁਗਲ ਸਖਾਂ ਆਉਂਦਾ ਹੈ, ਸਤਿਗੁਰਾਂ ਨੇ ਲੋਹਗੜ੍ਹ ਦੇ ਵਿੱਚ ਲੱਕੜ ਦੀ ਤੋਪ ਵਰਤੀ ਤੇ ਪੱਥਰ ਦੇ ਗੋਲੇ ਬਣਾ ਕੇ ਮੁਕਾਬਲਾ ਕੀਤਾ। ਮੁਗਲ ਸਖਾਂ ਜਦੋਂ ਵੰਗਾਰਦਾ ਵੀ ਸਿੱਖਾਂ ਨੂੰ ਤੇ ਮੁਗਲ ਸਿਪਾਹੀਆਂ ਨੂੰ ਵੱਖਰੇ ਕਰੋ ਤੇ ਆਪਾਂ ਦੋਵੇਂ ਆਪਸ ਵਿੱਚ ਲੜੀਏ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਾਰ ਕਰ, ਤੇ ਉਹਦੇ ਵਾਰ ਖਾਲੀ ਗਏ। ਸਤਿਗੁਰਾਂ ਨੇ ਐਸੇ ਢੰਗ ਨਾਲ ਵਾਰ ਕੀਤਾ ਕਿ ਇੱਕ ਪਾਸਿਓਂ ਤਲਵਾਰ ਚੀਰਦੀ ਹੋਈ ਦੂਸਰੇ ਪਾਸੇ ਨਿਕਲ ਗਈ, ਜਿਵੇਂ ਸਾਬਣ ਦੇ ਵਿੱਚ ਤਾਰ ਫਿਰਦੀ ਹੈ। ਅਬਦੁੱਲਾ ਖਾਂ ਆਇਆ, ਉਹਨੇ ਸੋਚਿਆ ਪਹਿਲਾਂ 7000 ਸੈਨਾ ਸੀ, ਉਹ ਡਬਲ 15000 ਸੈਨਾ ਲੈ ਕੇ ਆਇਆ। ਉੱਥੇ ਵੀ ਸਤਿਗੁਰਾਂ ਨੇ ਫਤਿਹ ਹਾਸਲ ਕੀਤੀ। ਤੀਸਰੇ ਯੁੱਧ ਵਿੱਚ ਜਰਨੈਲ 2 ਕਰ ਦਿੱਤੇ ਗਏ, ਕਮਰ ਬੇਗ, ਲੱਲਾ ਬੇਗ, ਤੇ ਸੈਨਾ ਦੀ ਗਿਣਤੀ 35000। ਚੌਥੇ ਯੁੱਧ ਦੇ ਵਿੱਚ ਹੱਥੀਂ ਪਾਲਿਆ ਕਾਲੇ ਖਾਂ, ਅਨਵਰ ਖਾਂ, ਅਸਮਾਨ ਖਾਂ 75000 ਦੇ ਕਰੀਬ ਸੈਨਾ ਲੈ ਕੇ ਦੁਆਬੇ ਵਿੱਚ ਯੁੱਧ ਹੁੰਦਾ। ਤੀਸਰਾ ਯੁੱਧ ਗੁਰੂਸਰ ਮਹਾਰਾਜ। ਤਵਾਰੀਖ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵੀ ਜਰਨੈਲ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ। ਦੱਸ ਦਿੱਤਾ ਕਿ ਜੇ ਅਸੀਂ 5ਵੇਂ ਜਾਮੇ ਵਿੱਚ ਸ਼ਾਂਤੀ ਦੀ ਹੱਦ ਵਿਖਾ ਸਕਦੇ ਹਾਂ ਤੇ ਹੁਣ ਬਹਾਦਰੀ ਦੀ ਹੱਦ ਵੇਖੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਕਿੰਨੇ ਕੁ ਪਾਣੀ ਵਿੱਚੋਂ, ਤੁਹਾਡੇ ਵਿੱਚੋਂ ਕੋਈ ਇੱਕ ਵੀ ਸਾਡੇ ਸਾਹਮਣੇ ਖੜੋ ਨਹੀਂ ਸਕਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿੱਥੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ, ਉੱਥੇ ਕੋਮਲ ਹਿਰਦਾ ਇੰਨਾ ਕਿ ਜੇ ਕਸ਼ਮੀਰ ਦੀ ਧਰਤੀ ਤੇ ਬਜ਼ੁਰਗ ਮਾਤਾ ਹੱਥੀਂ ਸੂਤ ਕੱਤ ਕੇ ਪੁਸ਼ਾਕ ਤਿਆਰ ਕਰਕੇ ਉਡੀਕਦੀ ਆ, ਬੜਾ ਬਿਖਮ ਪਹਾੜੀ ਰਸਤਾ ਤੈਅ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਮਾਂ ਕੋਲ ਪਹੁੰਚਦੇ ਨੇ ਤੇ ਆਖਦੇ ਨੇ, ਲਿਆ ਅੰਮਾ, ਮੈਂ ਤੇਰਾ ਹੱਥੀਂ ਕੱਤਿਆ ਸੂਤ ਉਹਦੇ ਤੋਂ ਤਿਆਰ ਕੀਤਾ ਚੋਗਾ ਪਾਉਣ ਲਈ ਆਇਆ। ਅੱਜ ਕੀ ਕਹੀਏ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਪਤਨੀ ਤੇ ਪੁੱਤਰ ਧੀਆਂ ਵਿੱਚ ਖਚਤ ਨੇ, ਪਰ ਬਜ਼ੁਰਗ ਮਾਤਾ ਉਡੀਕ ਦੇ ਤਰਸ ਦੇ ਦੁਨੀਆ ਤੋਂ ਤੁਰ ਜਾਂਦੇ ਨੇ। ਹੈ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ, ਤੇ ਸਕੀ ਮਾਂ ਉਡੀਕਦੀ ਮਰ ਜਾਂਦੀ ਆ ਪਰ ਪਹੁੰਚਦਾ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉਸ ਮਾਂ ਕੋਲ ਪਹੁੰਚਦੇ ਨੇ ਜਿਹਦੇ ਨਾਲ ਬਲੱਡ ਰਿਲੇਸ਼ਨ ਕੋਈ ਨਹੀਂ, ਕੇਵਲ ਬਜ਼ੁਰਗ ਹੈ। ਤੇ ਜੇ ਵਾਪਸ ਪਰਤਦੇ ਨੇ ਤੇ ਝਾੜੀਆਂ ਵਿੱਚ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ। ਸਾਹਿਬ ਨੇ ਸਿੱਖਾਂ ਨੂੰ ਕਿਹਾ, ਵੇਖ ਕੇ ਆਓ ਕੌਣ ਰੋਂਦਾ। ਕਹਿੰਦੇ ਜੀ ਕਿਸੇ ਅੰਧ ਵਿਸ਼ਵਾਸੀ ਮਾਂ ਬਾਪ ਨੇ ਬੱਚੇ ਦੇ ਜੰਮਦਿਆਂ ਦੰਦ ਸਨ, ਉਹਨੂੰ ਕੁਥਰਾ ਜਾਣ ਕੇ ਝਾੜੀਆਂ ਵਿੱਚ ਸੁੱਟਿਆ। ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਕੋਮਲ ਹਿਰਦਾ ਘੋੜੇ ਤੋਂ ਉਤਰੇ, ਉਸ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਤੇ ਉਹਨੂੰ ਛਾਤੀ ਨਾਲ ਲਾ ਕੇ ਕਹਿਣ ਲੱਗੇ, ਇਹਨੂੰ ਕੁਥਰਾ ਨਾ ਕਿਉ। ਕੁਥਰੇ ਤੇ ਉਹ ਬੱਚੇ ਨੇ ਜਿਹੜੇ ਗੁਰੂ ਕੋਲ ਨਹੀਂ ਆਉਂਦੇ। ਇਹ ਤਾਂ ਕੁਥਰਾ ਨਹੀਂ, ਅੱਜ ਤੋਂ ਬਾਅਦ ਇਹ ਭਾਈ ਸੁਥਰਾ ਹੈ। ਜੇ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਸਕੇ ਸਾਂਢੂ ਤੇ ਸਾਲੀ ਦਾ ਰਿਸ਼ਤਾ ਹੈ, ਨਵਾਂ ਘਰ ਬਣਾ ਕੇ ਘਰ ਉਡੀਕਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਪਹੁੰਚਦੇ ਨੇ। ਤੇ ਜੇ ਕਿਤੇ ਭਾਈ ਰੂਪਾ ਤੇ ਭਾਈ ਸਾਧੂ ਦੋਵੇਂ ਪਿਓ ਪੁੱਤਰ ਜੰਗਲ ਵਿੱਚ ਲੱਕੜਾਂ ਕੱਟਦੇ, ਗੁਰੂ ਹਰਗੋਬਿੰਦ ਸਾਹਿਬ ਨੂੰ ਉਡੀਕਦੇ ਨੇ ਵੀ ਠੰਡਾ ਜਲ ਅਸੀਂ ਛਕਾਉਣਾ। ਭਾਈ ਸਾਧੂ ਜਿਹੜਾ ਰੂਪੇ ਦਾ, ਭਾਈ ਰੂਪੇ ਦਾ ਪਿਤਾ, ਉਹਦੇ ਮਨ ਵਿੱਚ ਕਈ ਵਾਰ ਆਉਂਦਾ ਵੀ ਗੁਰੂ ਹਰਗੋਬਿੰਦ ਸਾਹਿਬ ਪਤਾ ਨਹੀਂ ਆਉਣ ਕਿ ਨਾ ਆਉਣ। ਤੇ ਮੈਂ ਕਹਿ ਕੇ ਸਮਾਪਤੀ ਕਰਾਂ। ਭਾਈ ਰੂਪਾ ਕਹਿਣ ਲੱਗਾ, ਪਿਤਾ ਜੀ ਮੈਂ ਉਸ ਮਾਂ ਦਾ ਪੁੱਤ ਹਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਭਾਈ ਕੀ ਡਰੋਲੀ ਠਹਿਰੇ ਸਨ ਤੇ ਮੇਰੀ ਮਾਂ, ਜਿੱਥੇ ਤੁਹਾਡੇ ਸਹੁਰੇ ਵੱਡਾ ਪਿੰਡ ਜਿਹਨੂੰ ਵੱਡਾ ਘਰ ਕਹਿੰਦੇ ਨੇ, ਉੱਥੋਂ ਮੇਰੀ ਮਾਤਾ ਦਾ ਰਿਸ਼ਤਾ ਤੁਹਾਡੇ ਨਾਲ ਜੁੜਿਆ। ਤੇ ਜਦੋਂ ਮੇਰੀ ਮਾਂ ਨੂੰ ਪਤਾ ਲੱਗਾ ਵੀ ਮੇਰਾ ਸਹੁਰਾ ਪਰਿਵਾਰ ਸਖੀ ਸਰਵਰ ਦਾ ਪੁਜਾਰੀ ਹੈ, ਤੇ ਮੇਰੀ ਮਾਂ ਨੇ ਡੋਲੀ ਵਿੱਚ ਬੈਠਿਆਂ ਅਰਦਾਸ ਕੀਤੀ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਜਾਂ ਤਾਂ ਸ਼ਾਮ ਤੱਕ ਡੋਲੀ ਘਰ ਪਹੁੰਚਣ ਤੋਂ ਪਹਿਲਾਂ ਮੇਰੇ ਸਹੁਰੇ ਪਰਿਵਾਰ ਨੂੰ ਸਿੱਖੀ ਬਖਸ਼ ਦਿਓ, ਨਹੀਂ ਤਾਂ ਕੱਲ ਨੂੰ ਤੁਹਾਡੀ ਬੱਚੀ ਨੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਜਪਜੀ ਸਾਹਿਬ ਪੜ੍ਹਨਾ ਨਾ, ਤੇ ਉਹਨਾਂ ਨੇ ਇਹਦੇ ਤੇ ਰੋਕ ਲਾ ਦੇਣੀ ਹੈ। ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਾ ਕੇ ਸੁਸ਼ੋਭਿਤ ਸਨ। ਕੁਹਾਰਾਂ ਨੂੰ ਬੇਨਤੀ ਕੀਤੀ ਕਿ ਪਾਲਕੀ ਸਾਹਿਬ ਰੋਕੋ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ। ਜਦੋਂ ਇਹ ਬੱਚੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਈ ਤੇ ਭਾਈ ਰੂਪੇ ਦਾ ਪਿਤਾ ਤੇ ਉਹਦਾ ਦਾਦਾ ਦੱਬੇ ਪੈਰੀ ਪਿੱਛੇ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਕੇਵਲ ਇੰਨਾ ਕਿਹਾ ਕਿ ਆ ਮਨੁੱਖਾ ਜੀਵਨ
ਰੱਬ ਦੀ ਇਬਾਦਤ ਕਰਨ ਵਾਸਤੇ ਮਿਲਿਆ। ਜੇ ਪੱਥਰ ਪੂਜੋਗੇ ਤੇ ਪੱਥਰ ਹੋ ਜਾਓਗੇ, ਜੇ ਮੜੀਆਂ ਪੂਜੋਗੇ ਤੇ ਮੜੀਆਂ ਹੋ ਜਾਓਗੇ, ਜੇ ਭੂਤ ਪ੍ਰੇਤ ਪੂਜੋਗੇ ਤੇ ਭੂਤ ਪ੍ਰੇਤ ਬਣ ਜਾਓਗੇ। ਤੇ ਸੱਚਮੁੱਚ ਜੇ ਪ੍ਰਮਾਤਮਾ ਦੀ ਇਬਾਦਤ ਕਰੋਗੇ, ਹਰ ਕਾ ਸੇਵਕ ਸੋ ਹਰ ਜਿਹਾ, ਫਿਰ ਰੱਬ ਦੀ ਮੂਰਤ ਬਣ ਜਾਓਗੇ। ਇੰਨੀ ਕਹਿਣ ਦੀ ਦੇਰ ਸੀ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਜੇ ਰੱਬ ਦੀ ਇਬਾਦਤ ਛੱਡ ਕੇ ਕਿਸੇ ਹੋਰ ਦੀ ਪੂਜਾ ਕੀਤੀ, ਫਿਰ ਪੱਥਰ ਬਣਨਾ ਪਵੇਗਾ, ਭੂਤ ਬਣਨਾ ਪਵੇਗਾ, ਫਿਰ ਜੜ ਬਣਨਾ ਪਵੇਗਾ। ਨਹੀਂ, ਆਪਾਂ ਤਾਂ ਚੇਤਨ ਨੂੰ ਪੂਜਣਾ। ਭਾਈ ਰੂਪਾ ਕਹਿਣ ਲੱਗਾ, ਮੈਂ ਉਸ ਮਾਂ ਦਾ ਪੁੱਤਰ ਹਾਂ ਜਿਨੇ ਡੋਲੀ ਵਿੱਚ ਬੈਠ ਕੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਆਏ। ਕਹਿਣ ਲੱਗੇ, ਅੱਜ ਆਪਾਂ ਕੂਨੇ ਵਿੱਚ ਠੰਡਾ ਜਲ ਰੱਖ ਕੇ ਉਡੀਕਣਾ ਤੇ ਇਹ ਪੜਨਾ ਵੀ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਉਧਰ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਘੋੜੇ ਤੇ ਕਾਠੀ ਪਾ ਕੇ ਸਵਾਰ ਹੋ ਕੇ ਭਾਈ ਕੀ ਡਰੋਲੀ ਤੋਂ ਮਾਲਵੇ ਵੱਲ ਭਾਈ ਰੂਪੇ ਵੱਲ ਚੱਲ ਪਏ। ਭਾਈ ਬਿਧੀ ਚੰਦ ਵਰਗੇ ਸਿੱਖ ਹੈਰਾਨ ਕਿ ਸਤਿਗੁਰੂ ਜੀ ਜਦੋਂ ਵੀ ਕਿਸੇ ਪਾਸੇ ਜਾਂਦੇ ਘੋੜ ਸਵਾਰ ਨਾਲ ਲੈ ਕੇ ਜਾਂਦੇ, ਅੱਜ ਕਿੱਧਰ ਚਲੇ ਗਏ। ਇੱਧਰ ਦੋਵੇਂ ਸਿੱਖ ਤੜਫ ਰਹੇ ਨੇ ਵੀ ਅੱਜ ਇਹ ਵੇਖਣਾ ਭਲਾ ਵੀ ਪਾਣੀ ਤੋਂ ਬਿਨਾ ਮੌਤ ਹੁੰਦੀ ਹੈ ਕਿ ਗੁਰੂ ਤੋਂ ਬਿਨਾ ਮੌਤ ਹੁੰਦੀ ਹੈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਕੋਮਲ ਹਿਰਦਾ, ਜਾ ਕੇ ਉਹਨਾਂ ਪਿਓ ਪੁੱਤਰਾਂ ਦੇ ਮੂੰਹ ਵਿੱਚ ਜਲ ਦੀਆਂ ਬੂੰਦਾਂ ਪਾਈਆਂ ਤੇ ਆਪ ਵੀ ਜਲ ਛਕਿਆ। ਕਿਉਂਕਿ ਜੇ ਬਾਲਕ ਹਰ ਰਾਏ ਜੀ ਦੇ ਚੋਲੇ ਨਾਲ ਫੁੱਲ ਤੱਕ ਟੁੱਟ ਜਾਂਦਾ ਤੇ ਇੰਨੇ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤਾੜਨਾ ਕਰਦੇ ਨੇ ਕਿ ਜੇ ਚੋਗਾ 100 ਕਲੀਆਂ ਵਾਲਾ ਪਾਉਣਾ ਤੇ ਇਹਦੀ ਸੰਭਾਲ ਵੀ ਕਰੋ ਬੇਟਾ, ਦਾਮਨ ਸੰਕੋਚ ਚੱਲੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1644 ਤੱਕ 50 ਦੇ ਕਰੀਬ ਸਰੀਰਕ ਹਯਾਤੀ ਉਹਨਾਂ ਦੀ, ਜਿਨ੍ਹਾਂ ਨੇ ਪਰ ਉਪਕਾਰ ਕਰਦਿਆਂ ਇਨਸਾਨੀਅਤ ਮਨੁੱਖਤਾ ਦੇ ਭਲੇ ਵਾਸਤੇ ਅਣਖ ਗੈਰਤ ਤੇ ਖਾਸ ਕਰਕੇ ਜਿਹੜੇ ਵਿਗੜੇ ਹੋਏ ਜ਼ਾਲਮ ਸਨ ਉਹਨਾਂ ਦੇ ਮੂੰਹ ਭੰਨਣ ਵਾਸਤੇ ਇੱਕ ਇੱਕ ਪਲ, ਇੱਕ ਇੱਕ ਛਿਨ ਜਿਹੜੀ ਸੀ ਉਹਨਾਂ ਦੀ ਬੜੀ ਵੱਡੀ ਕ੍ਰਾਂਤੀ ਲਿਆਉਣ ਵਾਲੀ, ਬੜਾ ਵੱਡਾ ਇਨਕਲਾਬ ਲਿਆਉਣ ਵਾਲੀ ਸੀ। ਪਰ ਅਸਲ ਵਿੱਚ ਇਹ ਐਵੇਂ ਸੀ ਜਿਵੇਂ ਕੋਈ ਡਾਕਟਰ ਪਹਿਲਾਂ ਜ਼ਖਮ ਨੂੰ ਠੀਕ ਕਰਨ ਲਈ ਮਲਮ ਪੱਟੀ ਲਾਉਂਦਾ ਤੇ ਜੇ ਮਲਮ ਪੱਟੀ ਨਾਲ ਜ਼ਖਮ ਠੀਕ ਨਾ ਹੋਵੇ ਤੇ ਫਿਰ ਉਹੀਓ ਡਾਕਟਰ ਨਕਾਬ ਪਹਿਨ ਕੇ ਹੱਥਾਂ ਵਿੱਚ ਨਸਤਰ ਲੈ ਕੇ ਆਪਰੇਸ਼ਨ ਥੀਏਟਰ ਵਿੱਚ ਆਉਂਦਾ ਤੇ ਮਰੀਜ਼ ਨੂੰ ਪਤਾ ਵੀ ਇਹ ਮੇਰੇ ਭਲੇ ਵਾਸਤੇ ਆਪਰੇਸ਼ਨ ਕਰਨ ਲੱਗਾ। ਇਵੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਰਉਪਕਾਰ ਕੀਤੇ। ਜਹਾਂਗੀਰ ਵਰਗੇ ਬਾਦਸ਼ਾਹ ਨੂੰ ਦੱਸ ਦਿੱਤਾ ਵੀ ਅਸੀਂ ਸ਼ੇਰ ਤੱਕ ਦਾ ਸ਼ਿਕਾਰ ਕਰਨ ਦੀ ਸਮਰੱਥਾ ਰੱਖਦੇ ਹਾਂ। ਇੱਕ ਘਾਹ ਖੋਤਣ ਵਾਲਾ ਬਾਬਾ ਤੈਨੂੰ ਝੂਠਾ ਪਾਤਸ਼ਾਹ ਤੇ ਗੁਰੂ ਘਰ ਨੂੰ ਉਹ ਸੱਚਾ ਪਾਤਸ਼ਾਹ ਕਹਿੰਦਾ। ਏਡਾ ਵੱਡਾ ਇਨਕਲਾਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿ ਆਪ ਹੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਨਹੀਂ ਹੋਏ, 52 ਰਾਜਿਆਂ ਨੂੰ ਵੀ ਰਿਹਾ ਕਰਵਾਇਆ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਕ ਦ੍ਰਿਸ਼ਟਾਨ ਦੇ ਗਏ, ਸਭ ਕੇ ਪੱਗ ਬੰਧਨ ਕਟਵਾਏ, ਹੋਏ ਨਿਰਬੰਧ ਮੁਕਤ ਮੋਖ ਪਾਏ, ਜਿਮ ਸਿੱਖਣ ਪਰ ਕਰਨਾ ਧਾਰੈ, ਕਰਮ ਬੰਦ ਤਤ ਛਿਨ ਕਟ ਡਾਰੈ, ਤਿਮ ਲੋਗਨ ਦ੍ਰਿਸ਼ਟਾਂਤ ਦਿਖਾਇਓ, ਜੋ ਚੱਲ ਸਤਿਗੁਰ ਸ਼ਰਣੀ ਆਇਓ, ਹੋਏ ਨਿਰਬੰਧ ਮੁਕਤ ਮੋਖ ਪਾਵੈ, ਬੰਦਤ ਹੋਏ ਨਾ ਆਵੈ ਜਾਵੈ। ਇਹ ਇੱਕ ਦ੍ਰਿਸ਼ਟਾਂਤ ਸੀ ਕਿ ਜਿਨ੍ਹਾਂ ਰਾਜਿਆਂ ਨੇ ਗੁਰੂ ਦਾ ਪੱਲਾ ਪਕੜ ਲਿਆ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਗਏ ਤੇ ਜਿਹੜੇ ਮੇਰੇ ਸਤਿਗੁਰੂ ਦਾ ਗਿਆਨ ਰੂਪੀ ਪੱਲਾ ਪਕੜ ਲੈਣਗੇ ਉਹ ਸੱਚਮੁੱਚ ਇਸ ਸੰਸਾਰ ਰੂਪੀ ਗਵਾਲੀਅਰ ਦੀ ਕੈਦ ਵਿੱਚੋਂ ਮੁਕਤ ਹੋ ਕੇ ਆਖਣਗੇ, ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵਾਂਗੇ। ਆਓ ਸਾਰੇ ਇੱਕ ਵਾਰ ਰਲ ਕੇ ਪੜ੍ਹੀਏ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਮੇਰੀ ਪੀਰੀ ਦੇ ਮਾਲਕ ਬੰਦੀ ਛੁੜ ਦਾਤੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ
ਕਾਰ ਸੇਵਾ ਵਾਲੇ ਮਹਾਂਪੁਰਖ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਹੋਰ ਜਿੰਨੇ ਵੀ ਉਹਨਾਂ ਦੇ ਸਹਿਯੋਗੀ ਨੇ, ਔਰ ਸਰਦਾਰ ਗੁਰਚਰਨ ਸਿੰਘ ਜੀ, ਜਿਨ੍ਹਾਂ ਨੇ ਆਪ ਸਾਰੀਆਂ ਸੰਗਤਾਂ ਦਾ ਪਿਆਰ ਭਰਿਆ ਸੱਦਾ ਦਾਸ ਨੂੰ ਦਿੱਤਾ। ਤੇ ਦਾਸ ਭਾਵੇਂ ਪੈਰ ਦੇ ਉੱਪਰ ਸੱਟ ਲੱਗਣ ਦੇ ਕਾਰਨ ਥੋੜ੍ਹਾ ਜਿਹਾ ਆਉਣ ਦੇ ਵਿੱਚ ਅਸਮਰੱਥ ਸੀ, ਪਰ ਫਿਰ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ। ਰੇਲ ਗੱਡੀ ਦਾ ਸਫ਼ਰ ਕਰਕੇ ਆਉਣਾ ਥੋੜ੍ਹਾ ਸੌਖਾ ਹੋ ਗਿਆ। ਇਸ ਕਰਕੇ ਆਪ ਸੰਗਤਾਂ ਤੱਕ ਪਹੁੰਚ ਕੇ ਅੱਜ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਬੁਲਾਓ ਫਤਿਹ। ਔਰ ਬੜਾ ਹੀ ਸਤਿਕਾਰਯੋਗ ਜਥਾ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਨੇ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਉਣਾ। ਦਾਸ ਕੋਲ ਬਹੁਤਾ ਸਮਾਂ ਬੈਠਾ ਨਹੀਂ ਜਾਂਦਾ, ਇਸ ਕਰਕੇ ਦਾਸ ਨੇ ਆਪ ਤੋਂ ਆਗਿਆ ਲੈਣੀ ਹੈ। ਸਾਰਿਆਂ ਦਾ ਫਿਰ ਇੱਕ ਵਾਰ ਤਹਿ ਦਿਲ ਤੋਂ ਧੰਨਵਾਦ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਸਨ। ਹੁਣ ਸਿੰਘ ਸਾਹਿਬ ਨੂੰ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ, ਉਦਾਸੀਨ ਸੰਪਰਦਾ ਵਾਲੇ ਮਹਾਂਪੁਰਖ ਬਾਬਾ ਰਾਮਦਾਸ ਜੀ ਤੇ ਹੋਰ ਸ਼ਖਸੀਅਤਾਂ ਸਿੰਘ ਸਾਹਿਬ ਨੂੰ ਸਨਮਾਨ ਦੇਣਗੀਆਂ। बोले सो निहाल। उदासीन संप्रदा के महापुरख बाबा रामदास जी नो जियो आया, उन्हों का भी सन्मान किया जाएगा। उन्होंने कार सेवा वाले महापुरख बाबा लखा सिंह जी सन्मान करनगे। बोले सो निहाल। सिंह साहब ज्ञानी मान सिंह जी सचखंड श्री हरिमंदर साहब दरबार साहब वाले आप जी नूं गुर इतिहास के नाल जोड़ रहे।